सतगुरां दी साजी नवाजी साध संगत जी। जुगो जुग अटल गुरता गद्दी ते शोभायमान। दसां पातशाहियां दी आत्मक जोत। धन धन साहिब श्री गुरु ग्रंथ साहिब जी महाराज सच्चे पातशाह जी। गरीब नवाज पातशाह दी महान किरपा रहमत दा सदका सतगुरां दे पवित्र अस्थान गुरुद्वारा शहीद बाबा निहाल सिंह जी नगर तलन विखे संध्या दे दीवान विच हाज़री भरदियां होया गुरु की बाणी दे मनोहर कीर्तन तथा रहरास साहिब जी दे पाठ सरवण करन दा सुभाग सतगुरु साहिब जी ने बख्शिश कीता है। सतगुरां दे पवित्र स्थानां ते इतिहास दी लड़ीवार कथा जो लमेरे समय तो चल रही है। सतगुरु गुरु गोबिंद सिंह साहब महाराज जी दखण नंदेड़ की धरती के उत्ते कौतुक वरता रहे हैं। इत्थों सतगुरु साहब जी ने बाबा बंदा सिंह बहादुर नूं पंजाब वल तोरिया है। 5 तीरां की बख्शिश करके और नाल 5 प्यारियां की अगवाई बख्शी है। बाबा बंदा सिंह बहादुर सतगुरु जी के हुक्म के मुताबिक पंजाब आए हैं। बहुत सारियां फौजां बहुत सारे सिख भारे दल के रूप में बाबा जी के नाल एकत्र होए। ਵੱਖ-ਵੱਖ ਸ਼ਹਿਰਾਂ ਨੂੰ ਸਮਾਣਾ ਸਢੌਰਾ ਕੈਥਲ ਅੰਬਾਲਾ ਸਰਹੰਦ ਚੱਪੜ ਚਿੜੀ ਦੇ ਮੈਦਾਨ ਵਿੱਚ ਲੜਾਈ ਹੋਈ। ਵਜੀਦ ਖਾਨ ਨੂੰ ਮਾਰਿਆ। ਸਰਹੰਦ ਆ ਕੇ ਇਸੇ ਪ੍ਰਕਾਰ ਸੁੱਚਾਨੰਦ ਵਰਗਿਆਂ ਦਾ ਪਾਪੀਆਂ ਦਾ ਖਾਤਮਾ ਕੀਤਾ ਅੰਤ ਕੀਤਾ। ਹੋਰ ਵੀ ਵੱਖ-ਵੱਖ ਜਗ੍ਹਾ ਕਿਤੇ ਜਲੰਧਰ ਕਿਤੇ ਬਟਾਲਾ ਕਿਤੇ ਗੁਰਦਾਸਪੁਰ ਲਾਹੌਰ ਤੱਕ ਔਰ ਉਧਰ ਪਹਾੜੀ ਰਾਜਿਆਂ ਦੇ ਵਿੱਚ 22 ਧਾਰ ਦੇ ਰਾਜਾਂ ਵਿੱਚ ਭਾਰੀ ਦਹਿਸ਼ਤ ਫੈਲਾਈ। ਉਹਨਾਂ ਨੂੰ ਜਿੱਤ ਲਿਆ ਆਪਣੇ ਅਧੀਨ ਕਰ ਲਿਆ। ਹਰ ਪਾਸੇ ਖਾਲਸੇ ਦਾ ਬੋਲਬਾਲਾ ਹੋ ਗਿਆ। ਇਹ ਸਾਰੀਆਂ ਖਬਰਾਂ ਜਦੋਂ ਬਹਾਦਰ ਸ਼ਾਹ ਬਾਦਸ਼ਾਹ ਤੱਕ ਪਹੁੰਚਦੀਆਂ ਹਨ ਕਿ ਗੁਰੂ ਦਾ ਭੇਜਿਆ ਹੋਇਆ ਇੱਕ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਉਹਨੇ ਭਾਰਾ ਦਲ ਤਿਆਰ ਕਰ ਲਿਆ। ਗੁਰੂ ਦੇ ਹੁਕਮਾਂ ਮੁਤਾਬਕ ਗੁਰੂ ਘਰ ਦੇ ਦੁਖੀਆਂ ਨੂੰ ਸਜ਼ਾ ਦਿੱਤੀ ਹੈ। ਤਾਂ ਇਹ ਬੜਾ ਚਿੰਤਾਤੁਰ ਹੋਇਆ ਕਿ ਮੇਰਾ ਰਾਜ ਭਾਗ ਹੈ, ਮੇਰੀ ਪ੍ਰਜਾ ਦੇ ਉੱਤੇ ਮੇਰੇ ਰਾਜ ਦੇ ਵਿੱਚ ਇੰਨਾ ਜ਼ੁਲਮ ਗੁਰੂ ਕਾ ਭੇਜਿਆ ਬੰਦਾ ਕਰ ਰਿਹਾ ਹੈ ਔਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਨਿੱਤਾਂ ਪ੍ਰਤੀ ਇਸ ਨੂੰ ਖਬਰ ਮਿਲਦੀ ਹੈ ਅੱਜ ਫਲਾਣੀ ਜਗ੍ਹਾ ਦਾ ਸੂਬਾ ਬਾਬਾ ਬੰਦਾ ਸਿੰਘ ਨੇ ਝਟਕਾ ਦਿੱਤਾ। ਅੱਜ ਫਲਾਣਾ ਜ਼ਾਲਮ ਜਿਹੜਾ ਗੁਰੂ ਘਰ ਦਾ ਦੋਖੀ ਸੀ ਉਹ ਵੱਢ ਟੁੱਕ ਕੇ ਸੁੱਟ ਦਿੱਤਾ। ਅੱਜ ਫਲਾਣਾ ਸ਼ਹਿਰ ਲੁੱਟ ਲਿਆ। ਅੱਜ ਫਲਾਣਾ ਗ੍ਰਾਮ ਲੁੱਟ ਲਿਆ। ਉਹ ਨਿੱਤਾਂ ਪ੍ਰਤੀ ਦੀਆਂ ਖਬਰਾਂ ਤੋਂ ਇਹ ਬਹਾਦਰ ਸ਼ਾਹ ਬਾਦਸ਼ਾਹ ਬਹੁਤ ਘਬਰਾਇਆ ਹੋਇਆ। ਉਧਰ ਸਤਿਗੁਰੂ ਸਾਹਿਬ ਜੀ ਦੇ ਹੁਕਮਾਂ ਤੋਂ ਉਲਟ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਵਿੱਚ ਮਾਣ ਹੰਕਾਰ ਆ ਗਿਆ। ਖਾਲਸੇ ਦਾ ਗੁਰੂ ਬਣਨ ਦੀ ਚਾਹਨਾ ਪ੍ਰਾਪਤ ਹੋਈ। ਇਹ ਇੱਛਾ ਮਨ ਦੇ ਵਿੱਚ ਪ੍ਰਗਟ ਹੋਈ। ਗੁਰੂ ਕੇ ਸਿੰਘਾਂ ਨੇ ਵਿਰੋਧ ਕੀਤਾ ਕਿ ਬਾਬਾ ਜੀ ਸਤਿਗੁਰੂ ਸਾਹਿਬ ਨੇ ਤੁਹਾਨੂੰ ਜਤੀ ਸਤੀ ਰਹਿਣ ਦੇ ਲਈ ਬਚਨ ਕੀਤੇ ਸਨ। ਤੁਸੀਂ ਪਹਿਲਾਂ ਇੱਕ ਚੰਬੇ ਦੇ ਰਾਜੇ ਦੀ ਲੜਕੀ ਨਾਲ ਵਿਆਹ ਕਰਵਾ ਚੁੱਕੇ ਹੋ ਅਤੇ ਹੁਣ ਦੂਜਾ ਵਿਆਹ ਕਰਾਉਣ ਦੀ ਤਿਆਰੀ ਵਿੱਚ ਹੋ। ਇਹ ਖਾਲਸਾ ਬਰਦਾਸ਼ਤ ਨਹੀਂ ਕਰੇਗਾ। ਤੁਸੀਂ ਗੁਰੂ ਸਾਹਿਬ ਦੇ ਹੁਕਮਾਂ ਦੀ ਅਦੁੱਲੀ ਕਰ ਰਹੇ ਹੋ। ਇਉਂ ਬਾਬਾ ਵਿਨੋਦ ਸਿੰਘ ਜੀ ਜਿਹੜੇ ਤ੍ਰਿਹਣਾ ਦੇ ਵਿੱਚੋਂ ਸਨ ਗੁਰੂ ਸਾਹਿਬ ਦੀ ਕੁਲ ਦੇ ਵਿੱਚੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਉਹਨਾਂ ਨੇ ਆਪਣੀ ਤਲਵਾਰ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰਨਾ ਚਾਹਿਆ। ਪਰ ਇਹਨਾਂ ਦੇ ਪੁੱਤਰ ਬਾਬਾ ਕਾਹਨ ਸਿੰਘ ਨੇ ਆ ਕੇ ਰੋਕਿਆ। ਮਿੰਨਤਾਂ ਤਰਲੇ ਕੀਤੇ ਸਮਝਾਇਆ ਕਿ ਪਿਤਾ ਜੀ ਸਤਿਗੁਰੂ ਸਾਹਿਬ ਜੀ ਨੇ ਜਿੱਥੇ ਬਾਬਾ ਬੰਦਾ ਸਿੰਘ ਜੀ ਨੂੰ ਬਚਨ ਕੀਤੇ ਸਨ ਉੱਥੇ ਸਾਡੇ ਵਾਸਤੇ ਵੀ ਕੁਝ ਬਚਨ ਕਰਕੇ ਭੇਜਿਆ ਸੀ ਨਾ। ਬਾਬਾ ਬੰਦਾ ਸਿੰਘ ਨੇ ਜੇ ਗੁਰੂ ਦੇ ਬਚਨ ਨਹੀਂ ਮੰਨੇ ਤੇ ਉਹ ਆਪ ਗੁਰੂ ਦਾ ਦੇਣਦਾਰ ਹੋਵੇਗਾ। ਸਾਨੂੰ ਜਿਹੜਾ ਬਚਨ ਕੀਤਾ ਸੀ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਮਦਦ ਕਰਨੀ ਹੈ, ਇਹਦਾ ਸਾਥ ਦੇਣਾ ਹੈ ਤੇ ਉਹ ਸਾਥ ਆਪਾਂ ਹੁਣ ਤੱਕ ਦਿੱਤਾ ਵੀ ਹੈ। ਪਰ ਆ ਬੰਦਾ ਸਿੰਘ ਬਹਾਦਰ ਨੂੰ ਵੱਢਣ ਦਾ ਹੁਕਮ ਤਾਂ ਗੁਰੂ ਨੇ ਸਾਨੂੰ ਨਹੀਂ ਦਿੱਤਾ ਸੀ ਨਾ। ਇਸ ਕਰਕੇ ਆਪਾਂ ਨੂੰ ਐਸਾ ਕਾਰਜ ਨਹੀਂ ਕਰਨਾ ਚਾਹੀਦਾ। ਜੇ ਚਲੋ ਆਪਣੇ ਮਤਭੇਦ ਹੋ ਗਏ ਹੈ ਖਾਲਸਿਆਂ ਦੇ ਆਪਸ ਵਿੱਚ ਤੇ ਆਪਾਂ ਨੂੰ ਪਿਛਾਂਹ ਹਟ ਜਾਣਾ ਚਾਹੀਦਾ। ਬਾਬਾ ਬੰਦਾ ਸਿੰਘ ਬਹਾਦਰ ਤੋਂ
ਬਹੁਤ ਸਾਰੇ ਸਿੰਘ ਕਿਨਾਰਾ ਕਰ ਗਏ। ਜਿਹੜੇ ਸਾਧ ਸੰਗਤ ਗ੍ਰਸਤੀ ਸਨ ਉਹ ਘਰਾਂ ਵਿੱਚ ਵਾਪਸ ਚਲੇ ਗਏ। ਥੋੜ੍ਹੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਹਿ ਗਏ। ਹੁਣ ਜੰਗਾਂ ਹੁਣ ਵੀ ਹੁੰਦੀਆਂ। ਗੁਰੂ ਸਾਹਿਬ ਦੇ ਬਖਸ਼ੇ ਤੀਰ ਹੁਣ ਵੀ ਬਾਬਾ ਬੰਦਾ ਸਿੰਘ ਬਹਾਦਰ ਕੋਲ ਹਨ, ਪਰ ਉਹ ਤੀਰ ਜਿਨ੍ਹਾਂ ਦੇ ਸਾਹਮਣੇ ਕੀਤੇ ਹੀ ਹਜ਼ਾਰਾਂ ਫੌਜਾਂ ਢਹਿ ਢੇਰੀ ਹੋ ਜਾਂਦੀਆਂ ਸਨ ਬਿਨਾਂ ਚਲਾਏ ਤੋਂ, ਉਹ ਗੁਰੂ ਸਾਹਿਬ ਦੇ ਤੀਰਾਂ ਦੇ ਵਿੱਚ ਉਹ ਸ਼ਕਤੀ ਕਾਇਮ ਨਾ ਰਹੀ। ਸਤਿਗੁਰੂ ਨੇ ਸ਼ਕਤੀ ਵਾਪਸ ਖਿੱਚ ਲਈ। ਸੋ ਇੱਧਰ ਸਾਰੀਆਂ ਖਬਰਾਂ ਜਦੋਂ ਬਾਦਸ਼ਾਹ ਬਹਾਦਰ ਸ਼ਾਹ ਤੱਕ ਪਹੁੰਚਦੀਆਂ ਕਿ ਨਿੱਤਾ ਪ੍ਰਤੀ ਗੁਰੂ ਕਾ ਬੰਦਾ, ਗੁਰੂ ਕਾ ਬਖਸ਼ਿਆ ਹੋਇਆ ਸਿੰਘ ਪੰਜਾਬ ਵਿੱਚ ਤਰਥੱਲੀ ਮਚਾ ਰਿਹਾ, ਧੁੰਮਾਂ ਪਾ ਦਿੱਤੀਆਂ ਹਨ। ਦਿੱਲੀ ਤੱਕ ਦੀਆਂ ਫੌਜਾਂ ਡਰ ਕੇ ਬੈਠੀਆਂ, ਕਿਤੇ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਆ ਕੇ ਨਾ ਹਮਲਾ ਕਰ ਦੇਵੇ, ਲਾਲ ਕਿਲ੍ਹਾ ਨਾ ਫਤਿਹ ਕਰ ਲਵੇ, ਆਪਣੀ ਸਲਤਨਤ ਨਾ ਜਮਾ ਲਵੇ। ਇਹ ਬਾਦਸ਼ਾਹ ਬਹਾਦਰ ਸ਼ਾਹ ਨੂੰ ਵੀ ਆਪਣੀ ਹਕੂਮਤ ਦਾ ਫਿਕਰ ਪੈ ਗਿਆ ਕਿ ਮੇਰੇ ਹੱਥੋਂ ਇਹ ਰਾਜ ਭਾਗ ਨਾ ਜਾਂਦਾ ਰਹੇ। ਸੋ ਮਨ ਵਿੱਚ ਸੋਚਦਾ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਮੈਨੂੰ ਜਿਹੜਾ ਇੱਕ ਵਚਨ ਦੇਣ ਨੂੰ ਆਖਿਆ ਸੀ ਔਰ ਸਤਿਗੁਰੂ ਨੇ ਮੰਗ ਕੀਤੀ ਸੀ ਰਾਜ ਭਾਗ ਮੈਨੂੰ ਬਖਸ਼ਣ ਤੋਂ ਬਾਅਦ ਕਿ ਗੁਰੂ ਘਰ ਦੇ ਜਿਹੜੇ ਦੁਖੀ ਹੈ, ਖਾਨ ਵਜੀਦੇ ਵਰਗੇ, ਸੁੱਚਾਨੰਦ ਵਰਗੇ, ਇਹਨਾਂ ਨੂੰ ਸਾਡੇ ਹਵਾਲੇ ਕਰ ਦੇ ਤਾਂ ਕਿ ਅਸੀਂ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਦੇ ਸਕੀਏ। ਮੈਂ ਉਸ ਵਕਤ ਸ਼ਰ੍ਹਾ ਦੇ ਜਿਹੜੇ ਕੱਟੜ ਕਾਜੀ ਮੁਲਾਣੇ ਸਨ ਉਹਨਾਂ ਦੇ ਡਰ ਤੋਂ ਔਰ ਨਵਾਂ ਰਾਜ ਭਾਗ ਕਾਇਮ ਹੋਇਆ ਹੈ, ਕਿਤੇ ਖੁੱਸ ਨਾ ਜਾਵੇ, ਬਗਾਵਤ ਨਾ ਹੋ ਜਾਵੇ, ਇਸ ਡਰੋਂ ਗੁਰੂ ਦਾ ਵਚਨ ਨਹੀਂ ਮੰਨ ਸਕਿਆ। ਗੁਰੂ ਸਾਹਿਬ ਨੂੰ ਲਾਰੇ ਲਾਉਂਦਾ ਰਿਹਾ, ਝੂਠ ਬੋਲਦਾ ਰਿਹਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਦੀ ਮੇਰੇ ਉੱਤੇ ਨਾਰਾਜ਼ਗੀ ਹੈ। ਉਹਨਾਂ ਨੇ ਆਪਣਾ ਬੰਦਾ ਭੇਜ ਦਿੱਤਾ ਹੈ। ਸੋ ਸਤਿਗੁਰੂ ਸਾਹਿਬ ਜੀ ਤੋਂ ਮੈਂ ਬਖਸ਼ਾ ਲਵਾਂ, ਐਸਾ ਮਨ ਦੇ ਵਿੱਚ ਵਿਚਾਰ ਜਾਣ ਕੇ ਇਹਨਾਂ ਨੇ ਬਹਾਦਰ ਸ਼ਾਹ ਨੇ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਅਨੰਨ ਸਿੱਖ ਭਾਈ ਦਇਆ ਸਿੰਘ ਜੀ ਦੇ ਪਾਸ ਪਹੁੰਚ ਕੀਤੀ। ਭਾਈ ਦਇਆ ਸਿੰਘ ਜੀ ਦੇ ਪਾਸ ਪਹੁੰਚ ਕੇ ਪਹਿਲਾਂ ਆਪਣੇ ਬੰਦੇ ਵੀ ਭੇਜੇ ਸੀ, ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਮਿਲੇ ਨਹੀਂ, ਮੋੜ ਦਿੱਤਾ। ਦੁਬਾਰਾ ਫਿਰ ਕੋਸ਼ਿਸ਼ ਕੀਤੀ ਕਿ ਸਤਿਗੁਰੂ ਜੀ ਬਾਦਸ਼ਾਹ ਬਹਾਦਰ ਸ਼ਾਹ ਤੁਹਾਨੂੰ ਮਿਲਣਾ ਚਾਹੁੰਦਾ, ਤਾਂ ਸਤਿਗੁਰੂ ਨੇ ਸਿੱਖਾਂ ਰਾਹੀਂ ਸੁਨੇਹਾ ਭੇਜ ਦਿੱਤਾ ਸੀ ਕਿ ਅਸੀਂ ਤੁਹਾਨੂੰ ਮੱਥੇ ਨਹੀਂ ਲਾਉਣਾ, ਤੁਸੀਂ ਆਪਣੇ ਕੀਤੇ ਹੋਏ ਇਕਰਾਰ ਤੋਂ ਤੁਰਕਾਂ ਨੇ ਮੁਕਰਨਾ ਕੀਤਾ, ਤੁਹਾਡੇ ਬਾਦਸ਼ਾਹ ਨੇ, ਇਸ ਕਰਕੇ ਸਾਡੇ ਮੱਥੇ ਨਾ ਲੱਗੋ ਕੋਈ ਵੀ ਆ ਕੇ। ਜਦੋਂ ਸਿੰਘਾਂ ਨੇ ਇਹ ਸੁਨੇਹਾ ਦਿੱਤਾ ਸੀ ਤਾਂ ਇਹਦੇ ਭੇਜੇ ਹੋਏ ਅਹਿਲਕਾਰ ਦੂਤ ਜਿਹੜੇ ਵਕੀਲ ਸਨ ਉਹਨਾਂ ਨੇ ਭਾਈ ਦਇਆ ਸਿੰਘ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਸ ਬੇਨਤੀ ਕਰਕੇ ਮੰਗ ਲਿਆ ਸੀ ਕਿ ਮਹਾਰਾਜ ਭਾਈ ਦਇਆ ਸਿੰਘ ਜੀ ਨੂੰ ਸਾਡੇ ਨਾਲ ਭੇਜੋ, ਜਿਹੜਾ ਵੀ ਆਪ ਜੀ ਦਾ ਹੁਕਮ ਹੈ, ਜੋ ਆਪ ਜੀ ਕਹਿਣਾ ਚਾਹੁੰਦੇ ਹੋ ਉਹ ਜਾ ਕੇ ਬਹਾਦਰ ਸ਼ਾਹ ਬਾਦਸ਼ਾਹ ਦੇ ਕੋਲ ਜਾ ਕੇ ਦੱਸ ਦੇਵੇ। ਅੱਗੇ ਉਹਦੀ ਮਰਜ਼ੀ ਆ, ਉਹਨੇ ਜਿਵੇਂ ਉਹਨੂੰ ਚੰਗਾ ਲੱਗਦਾ ਹੋਇਆ ਉਸ ਤਰ੍ਹਾਂ ਕਰ ਲਏਗਾ, ਉਸ ਤਰ੍ਹਾਂ ਦਾ ਯਤਨ ਬਣਾ ਲਵੇਗਾ। ਇਉਂ ਸਤਿਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਭਾਈ ਦਇਆ ਸਿੰਘ ਜੀ ਇਹਨਾਂ ਉਮਰਾਵਾਂ ਦੇ ਨਾਲ ਬਾਦਸ਼ਾਹ ਬਹਾਦਰ ਸ਼ਾਹ ਦੇ ਕੋਲ ਜਿਸ ਵੇਲੇ ਗਏ ਹੈ, ਉਸ ਵੇਲੇ ਖੁੱਲ੍ਹ ਕੇ ਭਾਈ ਦਇਆ ਸਿੰਘ ਨੇ ਸਾਰੀ ਗੱਲ ਦੱਸੀ ਕਿ ਬਹਾਦਰ ਸ਼ਾਹ ਸਤਿਗੁਰੂ ਸਾਹਿਬ ਜੀ ਤੇਰੇ ਉੱਤੇ ਨਾਰਾਜ਼ ਹੈ, ਕਿਉਂਕਿ ਆ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਤੂੰ ਸਤਿਗੁਰੂ ਦਾ ਵਚਨ ਪੂਰਾ ਨਹੀਂ ਕੀਤਾ। ਜਿਹੜੀ ਇੱਕ ਗੱਲ ਮੰਨਣ ਵਾਸਤੇ ਸਤਿਗੁਰਾਂ ਨੇ ਤੈਨੂੰ ਆਖਿਆ ਸੀ ਕਿ ਰਾਜ ਭਾਗ ਤੈਨੂੰ ਤੇਰੇ ਭਰਾ ਤਾਰਾਜ ਨੂੰ ਮਾਰ ਕੇ ਬਖਸ਼ ਦਿੰਦੇ ਆ, ਉਹਨਾਂ ਨੇ ਬਖਸ਼ ਦਿੱਤਾ, ਪਰ ਤੂੰ ਆਪਣੇ ਇਕਰਾਰ ਦੇ ਉੱਤੇ ਪੂਰਾ ਨਹੀਂ ਉਤਰਿਆ ਹੈ, ਜਿਸ ਕਰਕੇ ਸਤਿਗੁਰੂ ਜੀ ਤੇਰੇ ਤੇ ਨਾਰਾਜ਼ ਆ, ਤੈਨੂੰ ਮਿਲਣਾ ਨਹੀਂ ਚਾਹੁੰਦੇ। ਉਸ ਵੇਲੇ ਅਤ ਨਿਮਰਤਾਵਾਨ ਹੋ ਕੇ ਬਾਦਸ਼ਾਹ ਨੇ ਆਖਿਆ ਕਿ ਭਾਈ ਦਇਆ ਸਿੰਘ ਜੀ ਆਪ ਜੀ ਕਿਰਪਾ ਕਰੋ, ਮੈਨੂੰ ਦੱਸੋ ਸਤਿਗੁਰੂ ਖੁਸ਼ ਕਿਵੇਂ ਹੋ ਸਕਦੇ ਹੈ, ਮੈਂ ਆਪਣੀ ਗਲਤੀ ਦੀ ਖਿਮਾ ਕਿਵੇਂ ਮੰਗ ਸਕਦਾ, ਮੈਨੂੰ ਉਚਿਤ ਸਮਾਂ ਦੱਸੋ ਵੀ ਕਿਹੜੇ ਸਮੇਂ ਜਾ ਕੇ ਮੈਂ ਸਤਿਗੁਰੂ ਸਾਹਿਬ ਜੀ ਤੋਂ ਮਾਫੀ ਮੰਗਾਂ ਤੇ ਉਹ ਪ੍ਰਸੰਨ ਹੋ ਜਾਣ, ਮੇਰੀ ਗਲਤੀ ਦੀ ਖਿਮਾ ਬਖਸ਼ ਦੇ। ਤਾਂ ਸਾਧ ਸੰਗਤ ਜੀ ਉਸ ਵੇਲੇ ਭਾਈ ਦਇਆ ਸਿੰਘ ਜੀ ਇਹਦੀ ਨਿਮਰਤਾ ਵਾਲੀਆਂ ਗੱਲਾਂ ਸੁਣ ਕੇ ਗੁਰੂ ਕੇ ਸਿੱਖ ਫਿਰ ਵੀ ਉਦਾਰ ਹੁੰਦੇ ਆ। ਮਨ ਦੇ ਵਿੱਚ ਗੁਰੂ ਕੇ ਸਿੱਖ ਦੇ ਦਇਆ ਆ ਗਈ। ਦਇਆ ਸਿੰਘ ਨਾਮ ਸੀ, ਦਇਆ ਦੇ ਨਾਲ ਭਰਪੂਰ ਵੀ ਸਨ। ਸੋਚਿਆ ਕਿ ਚਲੋ ਇਹਨੂੰ ਸਮਾਂ ਦੇਣਾ ਚਾਹੀਦਾ, ਅਗਾਂਹ ਸਤਿਗੁਰੂ ਦੀ ਮਰਜ਼ੀ, ਬਖਸ਼ਣਾ ਚਾਹੁੰਦੇ ਆ ਜਾਂ ਨਹੀਂ। ਕਹਿੰਦੇ ਭਾਈ ਜੇ ਤੇਰੇ ਭਾਗਾਂ 'ਚ ਹੋਇਆ ਸਤਿਗੁਰੂ ਦੇ ਦਰਸ਼ਨ ਤਾਂ ਇਹਨੂੰ ਗੋਦਾਵਰੀ ਨਦੀ ਵਿੱਚ ਹੋ ਸਕਦੇ ਹੈ, ਕਿਉਂਕਿ ਅੰਮ੍ਰਿਤ ਵੇਲੇ ਸਤਿਗੁਰੂ ਜੀ ਇਸ਼ਨਾਨ ਕਰਨ ਦੇ ਲਈ ਗੋਦਾਵਰੀ ਨਦੀ ਵਿੱਚ ਜਾ ਖੜੇ ਹੁੰਦੇ ਆ। ਦੁਪਹਿਰ ਤੱਕ ਉੱਥੇ ਹੀ ਖੜੇ ਨਦੀ ਵਿੱਚ ਭਗਤੀ ਕਰਦੇ ਰਹਿੰਦੇ ਆ, ਰੱਬ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪਦੇ ਰਹਿੰਦੇ ਆ।
ਜੇ ਦਰਸ਼ਨ ਕਰਨੇ ਚਾਹੁੰਦਾ ਹੈ ਤੇ ਉੱਥੇ ਚਲਿਆ ਜਾ, ਦਰਸ਼ਨ ਤੈਨੂੰ ਹੋ ਜਾਣਗੇ। ਅਗਾਂਹ ਸਤਿਗੁਰੂ ਦੀ ਮਰਜ਼ੀ ਹੈ ਤੈਨੂੰ ਬਖਸ਼ਣਾ ਜਾਂ ਨਾ, ਪਰ ਆਪਣੀ ਬੇਨਤੀ ਤੂੰ ਕਰ ਸਕਦਾ ਉੱਥੇ ਜਾ ਕੇ। ਭਾਈ ਦਇਆ ਸਿੰਘ ਜੀ ਦੇ ਇਹ ਬਚਨ ਜਿਸ ਵੇਲੇ ਬਹਾਦਰ ਸ਼ਾਹ ਬਾਦਸ਼ਾਹ ਨੇ ਸੁਣੇ, ਉਹਦੀਆਂ ਅੱਖਾਂ ਵਿੱਚ ਚਮਕ ਆ ਗਈ। ਜਿਵੇਂ ਹੁਣ ਭਾਈ ਦਇਆ ਸਿੰਘ ਜੀ ਦੇ ਨਾਲ ਹੀ ਹੋ ਤੁਰਿਆ, ਸਤਿਗੁਰੂ ਸਾਹਿਬ ਜੀ ਦੇ ਕੋਲ ਜਾ ਕੇ ਪਹੁੰਚੇਗਾ, ਬੇਨਤੀ ਕਰੇਗਾ, ਸਤਿਗੁਰੂ ਜੀ ਇਹਨੂੰ ਖਿਮਾ ਬਖਸ਼ਣਗੇ ਔਰ ਹੋਰ ਜਿਹੜੇ ਬਚਨ ਕਰਨਗੇ। ਅੱਜ ਦੇ ਪ੍ਰਸੰਗ ਵਿੱਚ ਆਓ ਬੜੇ ਪਿਆਰ ਦੇ ਨਾਲ ਅੱਗੇ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਦਇਆ ਸਿੰਘ ਕੀ ਮਸਲਤ ਸੁਣ ਕਰ। ਭਾਈ ਦਇਆ ਸਿੰਘ ਜੀ ਦੀ ਇਹ ਮਸਲਤ ਸਲਾਹ ਮਸ਼ਵਰਾ ਸੁਣ ਕੇ ਮਾਨੀ ਭਲੇ ਬਿਰਮੁਖ ਪਰ ਹਰ। ਉਸ ਵੇਲੇ ਭਲੀ ਮੰਨੀ, ਇਹਨੇ ਚੰਗੀ ਮੰਨ ਲਈ ਵੀ ਭਾਈ ਦਇਆ ਸਿੰਘ ਨੇ ਜਿਹੜੀ ਸਲਾਹ ਮੈਨੂੰ ਬਹੁਤ ਚੰਗੀ ਦਿੱਤੀ ਹੈ, ਬਿਨਾਂ ਦੇਰੀ ਇਹਨੇ ਮੰਨ ਲਈ। ਤਿਆਰ ਪਇਓ ਗੋਦਾਵਰ ਤੀਰ। ਔਰ ਗੋਦਾਵਰੀ ਨਦੀ ਵੱਲ ਜਾਣ ਦੇ ਲਈ ਤਿਆਰ ਹੋ ਗਿਆ। ਦਰਸ਼ਨ ਹੇਰਨ ਸਤਿਗੁਰ ਧੀਰ। ਸਤਿਗੁਰੂ ਸੱਚੇ ਪਾਤਸ਼ਾਹ ਜੋ ਧੀਰਜ ਦਾ ਘਰ ਹਨ, ਧੀਰਜਵਾਨ ਹਨ, ਉਹਨਾਂ ਦੇ ਦਰਸ਼ਨ ਕਰਨ ਲਈ ਤਿਆਰ ਹੋਇਆ। ਲੈ ਕਰ ਸੰਗ ਭਰੇ ਨਰ ਬਥੋਰੇ। ਉਹ ਚੰਗੇ ਚੰਗੇ ਜਿਹੜੇ ਭਲੇ ਪੁਰਸ਼ ਸੀ ਉਹਨਾਂ ਨੂੰ ਥੋੜ੍ਹੇ ਜਿਹਾ ਨੂੰ ਨਾਲ ਲੈ ਲਿਆ। ਜੈ ਸਿਰ ਗੁਰ ਗਮਨਿਓ ਤਿਤ ਹੋਰੇ। ਜਿੱਥੇ ਗੁਰੂ ਸਾਹਿਬ ਜੀ ਸਥਿਤ ਹਨ, ਸਥਿਰ ਹਨ, ਉਸ ਪਾਸੇ ਨੂੰ ਚੱਲ ਪਿਆ। ਹਰ ਇਸ਼ਨਾਨ ਗੋਦਾਵਰ ਕੂਲ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਦਾਵਰੀ ਨਦੀ ਦੇ ਕੰਢੇ ਇਸ਼ਨਾਨ ਕਰਕੇ ਕਰਵੇ ਖਰੇ ਪ੍ਰਭੂ ਤਬ ਕੇ ਅਨਕੂਲ। ਔਰ ਭਗਤੀ ਕਰਦੇ ਹੋਏ, ਤਪ ਕਰਦੇ ਹੋਏ, ਵਾਹਿਗੁਰੂ ਦਾ ਨਾਮ ਲੈਂਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਉੱਥੇ ਖੜੇ ਹਨ। ਤਜੀ ਦੂਰ ਤੇ ਨਿਜ ਅਸਵਾਰੀ। ਬਹਾਦਰ ਸ਼ਾਹ ਬਾਦਸ਼ਾਹ ਨੇ ਦੇਖਿਆ ਜਿਹੜੇ ਘੋੜੇ ਉੱਤੇ ਸਵਾਰ ਸੀ, ਆਪਣੀ ਸਵਾਰੀ ਛੱਡਤੀ, ਘੋੜੇ ਤੋਂ ਹੇਠਾਂ ਉਤਰ ਆਇਆ। ਦੇਖ ਕੇ ਚਰਨ ਨਗਨ ਗਮਨਿਓ ਅਗਵਾਰੀ। ਪੈਰਾਂ ਵਿੱਚੋਂ ਜੋੜਾ ਲਾਤਾ, ਸਤਿਗੁਰੂ ਜੀ ਦੇ ਸਤਿਕਾਰ ਦੇ ਵਿੱਚ ਨੰਗੇ ਪੈਰੀ ਅਗਾਂਹ ਵਧਿਆ। ਦਇਆ ਸਿੰਘ ਕੋ ਸੰਗ ਮਿਲਾਇਓ। ਭਾਈ ਦਇਆ ਸਿੰਘ ਜੀ ਨੂੰ ਆਪਣੇ ਨਾਲ ਲੈ ਲਿਆ ਅਵਰ ਸਾਧਕ ਸਗਰੋ ਠਹਿਰਾਇਓ। ਔਰ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਖੜਾ ਹੋਇਆ। ਮੰਦ ਮੰਦ ਠਰ ਪਹੁੰਚੋ ਜਾਈ। ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਪਹੁੰਚਿਆ। ਕਰੋ ਪਇਓ ਪ੍ਰਭ ਕੇ ਅਗਵਾਈ। ਅੱਗੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੋਇਆ। ਹੀਰਾ ਏਕ ਅਦਕ ਦੇ ਪਤਾਵੇਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਤੇ ਇੱਕ ਹੀਰਾ ਆਪਣੇ ਹੱਥ ਦੇ ਵਿੱਚ ਰੱਖ ਕੇ ਸਤਿਗੁਰੂ ਦੇ ਸਾਹਮਣੇ ਪ੍ਰਗਟ ਕੀਤਾ, ਦਿਖਾਇਆ। ਜੇ ਕਈ ਲਾਖ ਧਨ ਪਾਵੇ। ਉਹ ਹੀਰਾ ਜਿਹੜਾ ਬੜਾ ਕੀਮਤੀ ਸੀ, ਕਈ ਲੱਖ ਧਨ ਖਰਚ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਸੀ। ਤਾਨੇ ਸ਼ਾਹ ਧਰੇ ਸਿਰ ਜੋ। ਇਹ ਜਿਹੜਾ ਹੀਰਾ ਸੀ, ਇਹ ਤਾਨੇ ਸ਼ਾਹ ਜਿਹੜਾ ਗੋਰਕੁੰਡੇ ਦਾ ਰਾਜਾ ਸੀ, ਉਹ ਆਪਣੇ ਸਾਧ ਸੰਗਤ ਜੀ ਕੋਲ ਰੱਖਦਾ ਹੁੰਦਾ ਸੀ, ਸਿਰ ਤੇ ਸਜਾਉਂਦਾ ਸੀ। ਮਾਰਨ ਰੰਗੇ ਲੀਨੋ ਛੋ। ਬਹਾਦਰ ਸ਼ਾਹ ਦੇ ਪਿਤਾ ਔਰੰਗਜ਼ੇਬ ਨੇ ਉਸ ਨੂੰ ਮਾਰ ਕੇ ਇਹ ਹੀਰਾ ਖੋਹ ਲਿਆ ਸੀ। ਜਬਰ ਜਬਾਇ ਸਜਾਹਰ ਜਾਹੂ। ਇਸ ਹੀਰੇ ਦੀ ਸ਼ੋਭਾ ਬੜੀ ਡਾਢੀ ਸੀ। ਸੋ ਨਿਜ ਕਰ ਪਰ ਧਰ ਕਰ ਸ਼ਾਹੂ। ਉਹ ਹੀਰਾ ਜਿਹੜਾ ਸਾਧ ਸੰਗਤ ਜੀ ਆਪਣੇ ਹੱਥਾਂ ਦੇ ਉੱਤੇ ਧਰ ਕੇ ਬਾਦਸ਼ਾਹ ਨੇ ਆਗੇ ਖਰੋ ਗੁਰੂ ਕੇ ਹੋਆ। ਸਤਿਗੁਰੂ ਸਾਹਿਬ ਜੀ ਦੇ ਅੱਗੇ ਖੜਾ ਹੋ ਗਿਆ। ਰੁਕ ਕਰ ਜਬੈ ਪ੍ਰਭੂ ਸਿਖ ਜੂਆ। ਜਦੋਂ ਨਦੀ ਦੇ ਵਿੱਚ ਪਾਣੀ ਦੀ ਆਵਾਜ਼ ਸੁਣ ਕੇ ਸਤਿਗੁਰੂ ਜੀ ਨੇ ਉਧਰ ਨੂੰ ਰੁਖ ਕੀਤਾ, ਉਧਰ ਨੂੰ ਦੇਖਿਆ। ਤਿਸ ਕਰ ਪਰ ਤੇ ਕਹਿ ਕਰ ਹਾਥ। ਉਸ ਵੇਲੇ ਸਤਿਗੁਰੂ ਨੇ ਨੇਤਰ ਖੋਲੇ ਤੇ ਉਹਦੇ ਹੱਥਾਂ ਦੇ ਵਿੱਚੋਂ ਉਹ ਹੀਰਾ ਚੁੱਕ ਲਿਆ ਸੰਤਾ ਵਿਖੇ ਬਗਾਇਓ ਨਾਥ। ਔਰ ਫੜ ਕੇ ਆਪਣੇ ਹੱਥ ਵਿੱਚ ਸਤਿਗੁਰੂ ਜੀ ਨੇ ਇਸ ਨਦੀ ਵਿੱਚ ਗੋਦਾਵਰੀ ਵਿੱਚ ਵਗਾ ਕੇ ਮਾਰਿਆ। ਹੀਰ ਬਹਾਦਰ ਸ਼ਾਹ ਹਿਰਾਨਾ। ਬਹਾਦਰ ਸ਼ਾਹ ਦੇਖ ਕੇ ਬੜਾ ਹੈਰਾਨ ਹੋਇਆ। ਕਰ ਬੰਧਨ ਕਰ ਬੰਦ ਬਖਾਨਾ। ਹੱਥ ਜੋੜੇ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਕਹਿਣ ਲੱਗਾ, ਸ਼ਮੋ ਪ੍ਰਭੂ ਅਬ ਕਿਰਪਾ ਕੀ ਕਰੀਜੈ। ਕਹਿੰਦਾ ਹੇ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਖਿਮਾ ਬਖਸ਼ੋ, ਹੁਣ ਮੇਰੇ ਤੇ ਕਿਰਪਾ ਕਰ ਦਿਓ। ਬਖਸ਼ੋ ਜਾਣ ਆਪਣੋ ਲੀਜੈ। ਮੈਨੂੰ ਆਪਣਾ ਸੇਵਕ ਜਾਣ ਕੇ ਬਖਸ਼ ਲਵੋ। ਲਖ ਕਾਸਕ ਆਪਣੋ ਤਰਬ ਪ੍ਰਤਪਾਰਿਓ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਲੱਕੜ ਦੇ ਵਾਂਗੂ ਆਪਣਾ ਜਾਣ ਕੇ, ਜਿਵੇਂ ਲੱਕੜ ਪ੍ਰਤਪਾਲਨਾ ਕਰਦੀ ਆ ਨਾ, ਲੱਕੜ ਤਾਰ ਦਿੰਦੀ ਆ, ਉਸ ਤਰ੍ਹਾਂ ਤਾਰ ਦਿਓ। ਜਲ ਨਾ ਡਬੋਵੈ ਉਪਰ ਤਾਰਿਓ। ਜਿਵੇਂ ਜਲ ਹੈ ਦਰਖਤ ਦੀਆਂ ਜੜ੍ਹਾਂ ਦੇ ਵਿੱਚ ਪੈਂਦਾ ਤਾਂ ਦਰਖਤ ਵੱਡਾ ਹੁੰਦਾ, ਖੁਰਾਕ ਉਹਨੂੰ ਮਿਲਦੀ ਆ ਜਲ ਦੇ ਨਾਲ, ਦਰਖਤ ਨੂੰ ਉਹ ਵੱਡਾ ਹੁੰਦਾ। ਪਰ ਉਹੀ ਲੱਕੜ, ਉਹ ਦਰਖਤ ਜਦੋਂ
ਪੁੱਟਿਆ ਜਾਂਦਾ, ਵੱਢਿਆ ਜਾਂਦਾ ਜਾਂ ਸੁੱਕ ਕੇ ਡਿੱਗ ਪੈਂਦਾ, ਸੁੱਕੀ ਹੋਈ ਲੱਕੜ ਨੂੰ ਨਾ ਜਿਹੜਾ ਪਾਣੀ ਹੈ ਉਹ ਆਪਣਾ ਅੰਗ ਜਾਣ ਕੇ, ਆਪਣਾ ਰਿਸ਼ਤਾ ਨਾਤਾ ਉਸ ਦੇ ਨਾਲ ਜਾਣ ਕੇ ਵੀ ਜੇ ਮੈਂ ਇਹਦੀਆਂ ਜੜ੍ਹਾਂ ਵਿੱਚ ਪੈਂਦਾ ਰਿਹਾ ਤਾਂ ਇਹ ਵੱਡਾ ਹੋਇਆ, ਇਹ ਲੱਕੜ ਬਣੀ ਆ, ਤਾਂ ਉਹਨੂੰ ਤਾਰ ਦਿੰਦਾ ਹੈ। ਵੱਡਿਆਂ ਕੀ ਅਸ ਵਡਿਆਈ, ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਵਰਗੇ ਵੱਡਿਆਂ ਦੀ ਤਾਂ ਇਹ ਵਡਿਆਈ ਹੈ। ਤਰੀ ਅਲੰਬ ਜਿਸ ਦੇ ਤਰਾਈ, ਮਹਾਰਾਜ ਸੱਚੇ ਪਾਤਸ਼ਾਹ ਜਿਸ ਨੇ ਵੀ ਤੁਹਾਡਾ ਆਸਰਾ ਤੱਕਿਆ ਉਸ ਨੂੰ ਆਪ ਜੀ ਤਾਰ ਦਿੰਦੇ ਹੋ। ਮੈਂ ਭੁੱਲਿਓ ਤੁਮ ਬਖਸ਼ਣਹਾਰੀ, ਮਹਾਰਾਜ ਸੱਚੇ ਪਾਤਸ਼ਾਹ ਮੈਂ ਭੁੱਲ ਗਿਆ ਸੀ ਤੇ ਆਪ ਜੀ ਤਾਂ ਸਦਾ ਹੀ ਬਖਸ਼ਿਸ਼ਾਂ ਕਰਨ ਵਾਲੇ, ਬਖਸ਼ਣ ਵਾਲੇ, ਮਾਫੀ ਦੇਣ ਵਾਲੇ ਹੋ। ਬੋਲਿਓ ਕੂਰ ਤਰਾਸੁਰ ਧਾਰੀ, ਮਹਾਰਾਜ ਸੱਚੇ ਪਾਤਸ਼ਾਹ ਮੈਂ ਮੰਨਦਾ ਹਾਂ ਕਿ ਮੈਂ ਝੂਠ ਬੋਲ ਦਿੱਤਾ ਸੀ, ਪਰ ਮੇਰੇ ਮਨ ਦੇ ਵਿੱਚ ਬਹੁਤ ਵੱਡਾ ਡਰ ਸੀ ਬਿਗੜੈ ਸੂਬੇ ਹੋਏ ਮਵਾਸੀ, ਕਿ ਕਿਤੇ ਜਿਹੜੇ ਮੇਰੇ ਸੂਬੇ ਆ ਉਹ ਮੇਰੇ ਨਾਲ ਵਿਗੜ ਨਾ ਜਾਣ, ਆਕੀ ਨਾ ਹੋ ਜਾਣ, ਮੇਰੇ ਰਾਜ ਵਿੱਚ ਬਗਾਵਤ ਨਾ ਕਰ ਦੇਣ। ਗੁਣ ਗਣ ਪਰੀ ਸ਼ਰਨ ਦਿੜਰਾ ਫਾਸੀ, ਤੇ ਮਹਾਰਾਜ ਬਾਕੀ ਜਿਹੜੀ ਦੂਜੀ ਗੱਲ ਸੀ ਵੀ ਮੇਰੇ ਗਲ ਵਿੱਚ ਸ਼ਰ੍ਹਾ ਦੀ ਫਾਂਸੀ ਪਈ ਹੋਈ ਸੀ। ਸ਼ਰ੍ਹਾ ਦੇ ਕੱਟੜ ਮੁੱਲੇ ਮੁਲਾਣੇ ਕਾਜੀ ਮੌਲਵੀ ਉਹ ਮੇਰੇ ਇਰਦ ਗਿਰਦ ਰਹਿੰਦੇ ਸਨ, ਉਹਨਾਂ ਦੀ ਹੁਕਮ ਅਦੂਲੀ ਨਹੀਂ ਕਰ ਸਕਿਆ। ਇਤਿਆਦਿਕ ਜੇ ਬਿਗਨ ਵਿਸਾਲਾ, ਮਹਾਰਾਜ ਸੱਚੇ ਪਾਤਸ਼ਾਹ ਇਤਿਆਦਿਕ ਜਿਹੜੇ ਬਹੁਤ ਵਿਘਨ ਪੈ ਗਏ ਆਪ ਜੀ ਦਾ ਬਚਨ ਮੰਨਣ ਵਿੱਚ। ਇਨ ਬਚਾਏ ਪੁਰਵਤ ਤੁਮ ਸਵਾਲਾ, ਤੇ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਤੋਂ ਬਚਦਾ ਬਚਾਉਂਦਾ ਮੈਂ ਇਹਨਾਂ ਗੱਲਾਂ ਤੋਂ ਬਚ ਬਚਾ ਕੇ ਫਿਰ ਵੀ ਮੈਂ ਆਪ ਜੀ ਦਾ ਜਿਹੜਾ ਬਚਨ ਹੈ ਉਹ ਪੂਰਾ ਕਰਨਾ ਚਾਹੁੰਦਾ ਹਾਂ। ਉਲਟਾ ਸਭ ਦੀ ਮੈਂ ਲੈ ਦੇਤਾ, ਮੈਂ ਸਾਰਿਆਂ ਤੋਂ ਹੀ ਬਦਲਾ ਲੈ ਦਿੰਦਾ ਜਿਹੜੇ ਗੁਰੂ ਘਰ ਦੇ ਦੋਖੀ ਸਨ। ਮਾਰਦ ਗੁਰ ਦਰੋਹੀ ਜਗ ਜੀਤ, ਔਰ ਸਾਰੇ ਸੰਸਾਰ ਵਿੱਚ ਜਿੰਨੇ ਗੁਰੂ ਘਰ ਦੇ ਦੋਖੀ ਆ ਉਹਨਾਂ ਨੂੰ ਮੈਂ ਮਾਰ ਦਿੰਦਾ। ਤੁਮ ਸਮਰੱਥ ਸਭ ਵਿਦਵਰ ਧਰੇ, ਪਰ ਮਹਾਰਾਜ ਆਪ ਜੀ ਤਾਂ ਖੁਦ ਸਮਰੱਥ ਹੋ, ਹਰ ਪ੍ਰਕਾਰ ਦੀ ਸ਼ਕਤੀ ਰੱਖਦੇ ਹੋ। ਕਹੋ ਜਥਾ ਤਦ ਛਿਨ ਜਿਹੁ ਕਰੀ, ਜਿਵੇਂ ਚਾਹੋ ਮਹਾਰਾਜ ਆਪ ਜੀ ਤਾਂ ਪਲਾਂ ਛਿਨਾਂ ਵਿੱਚ ਕਰ ਸਕਦੇ ਹੋ। ਤੈਬੇ ਹੇਤ ਮੋਹਿ ਵਡਿਆਈ, ਆਪ ਜੀ ਨੇ ਤਾਂ ਮੈਨੂੰ ਇਹ ਵਡਿਆਈ ਦੇਣ ਵਾਸਤੇ ਹੀ ਇਹ ਬਚਨ ਕੀਤਾ ਸੀ। ਜਾਚੋ ਏਕ ਸਵਾਲ ਗੁਸਾਈ, ਆਪ ਜੀ ਨੇ ਜਾਚਨਾ ਕੀਤੀ ਸੀ ਮੇਰੇ ਪਾਸੋਂ ਇੱਕ ਸਵਾਲ ਦੀ, ਇੱਕ ਸਵਾਲ ਇੱਕ ਬਚਨ ਪੂਰਾ ਕਰਾਉਣਾ ਚਾਹੁੰਦੇ ਸੀ। ਡਰ ਤਿਉ ਮੁਲਤੇ ਨੈ ਬਣਿਆ ਵੈ, ਪਰ ਮਹਾਰਾਜ ਮੇਰੀ ਇਹ ਕਮਜ਼ੋਰੀ ਹੈ, ਡਰ ਦੇ ਮਾਰੇ ਤੋਂ ਮੈਥੋਂ ਇਹ ਬਣ ਨਹੀਂ ਆਇਆ, ਆਪ ਜੀ ਦਾ ਬਚਨ ਮੰਨ ਨਾ ਸਕਿਆ ਮੈਂ। ਨਿਰਸਵ ਪਠ ਪਲਟਾ ਤੁਮ ਪਾਇਓ, ਤੇ ਫਿਰ ਮਹਾਰਾਜ ਆਪ ਜੀ ਨੇ ਆਪਣਾ ਨਿੱਜੀ ਸੇਵਕ ਬਾਬਾ ਬੰਦਾ ਸਿੰਘ ਬਹਾਦਰ ਭੇਜ ਦਿੱਤਾ ਤੇ ਬਦਲਾ ਲੈ ਲਿਆ ਹੈ। ਅਬ ਕਰੁਣਾ ਕਰ ਦੇਹੁ ਹਟਾਈ, ਮਹਾਰਾਜ ਸੱਚੇ ਪਾਤਸ਼ਾਹ ਹੁਣ ਬਦਲਾ ਲੈ ਲਿਆ। ਜਿਹੜੇ ਜਿਹੜੇ ਗੁਰੂ ਘਰ ਦੇ ਦੋਖੀ ਸੀ ਉਹ ਮਾਰੇ ਗਏ ਐ ਤੇ ਆਪ ਜੀ ਕਿਰਪਾ ਕਰੋ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਟਾ ਦਿਓ, ਰੋਕ ਦੇਵੋ। ਸਭ ਦਰੋਹੀ ਲੀਨੇ ਤਿਨ ਭਾਈ, ਜਿੰਨੇ ਦਰੋਹੀ ਸਨ, ਦੋਖੀ ਸਨ ਗੁਰੂ ਘਰ ਦੇ, ਉਹ ਤਾਂ ਉਹਨੇ ਸਭ ਮਾਰ ਲਏ ਹਨ। ਮਾਨ ਤਰੇ ਪ੍ਰਭ ਸੁਨਤੇ ਰਹੀ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਬੋਲੇ ਨਹੀਂ, ਮੌਨ ਧਾਰ ਕੇ ਚੁੱਪ ਕਰਕੇ ਸਭ ਕੁਝ ਸੁਣਦੇ ਰਹੇ। ਪੁਨ ਪ੍ਰਸੰਨ ਹੋਵੇ ਕਰ ਬਚ ਕਹੀ, ਕਿਉਂ ਜਦੋਂ ਇਹਨੇ ਬੜੀ ਨਿਮਰਤਾ ਨਾਲ ਬੇਨਤੀਆਂ ਕੀਤੀਆਂ, ਪ੍ਰਸੰਨ ਹੋ ਕੇ ਖੁਸ਼ ਹੋ ਕੇ ਕਹਿਣ ਲੱਗੇ। ਪ੍ਰਤ ਕਹਿਨ ਹੋ ਤੋ ਹਮ ਜੋਈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਹਾਦਰ ਸ਼ਾਹ ਜਿਹੜਾ ਤੇਰੇ ਪ੍ਰਤੀ ਅਸੀਂ ਕੁਝ ਕਹਿਣਾ ਚਾਹੁੰਦੇ ਸੀ ਕਹਿ ਦੀਨੋ ਅਬ ਆਪੋ ਸੋਈ, ਉਹ ਤਾਂ ਕਹਿੰਦੇ ਸਾਰੀਆਂ ਗੱਲਾਂ ਤੂੰ ਆਪੇ ਹੀ ਕਹਿ ਲਈਆਂ ਹਨ। ਆਪਨੋ ਕਹਿਓ ਕਰਿਓ ਨੇ ਸਾਚਾ, ਹਾਂ ਕਹਿੰਦੇ ਇਹ ਗੱਲ ਤੇਰੀ ਮਾੜੀ ਹੈ ਵੀ ਤੂੰ ਆਪਣਾ ਕਿਹਾ ਹੋਇਆ ਉਹਨੂੰ ਸੱਚ ਨਹੀਂ ਕਰਕੇ ਦਿਖਾਇਆ। ਸ਼ਰਾਬਾਨ ਤੇ ਚਿਤ ਡਰ ਰਾਚਾ, ਆ ਸ਼ਰਾਬਾਨਾਂ ਤੋਂ, ਸ਼ਰਾ ਦੇ ਪਵੰਦ ਮੁਲਾਣਿਆਂ ਤੋਂ ਤੂੰ ਡਰਦਾ ਰਿਹਾ। ਸਲਤਨ ਤੁਮਰੀ ਸਾਬਤ ਹੈ, ਬਾਕੀ ਭਾਈ ਤੇਰੀ ਸਲਤਨਤ ਆ ਨਾ, ਜਿਹੜੀ ਹਕੂਮਤ ਆ, ਇਹ ਤਾਂ ਕਹਿੰਦੇ ਇਹਨੂੰ ਸਰਾਪ ਮਿਲ ਗਿਆ। ਅਸੀਂ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਨੂਰੇ ਮਾਹੀ ਨੇ ਸਾਨੂੰ ਆ ਕੇ ਉੱਥੇ ਰਾਏ ਕੱਲੇ ਕੋਲੇ ਦਿੱਤੀ ਸੀ, ਉੱਥੇ ਵੀ ਅਸੀਂ ਬਚਨ ਕੀਤੇ ਸੀ ਵੀ ਤੁਰਕਾਂ ਦੇ ਰਾਜ ਦੀ ਜੜ ਪੱਟੀ ਗਈ ਆ। ਜਦੋਂ ਚੌਧਰੀ ਕਪੂਰੇ ਦੇ ਕੋਲੋਂ ਅਸੀਂ ਢਿਲਮਾ ਨਗਰ ਆਏ ਆ, ਸੋ ਉੱਥੇ ਸੋਢੀਆਂ ਨੂੰ ਵੀ ਅਸੀਂ ਇਹ ਬਚਨ ਕੀਤਾ ਸੀ ਵੀ ਤੁਰਕਾਂ ਦੀ ਜੜ ਜਿਹੜੀ ਹੈ ਇਹ ਬਹੁਤੀ ਦੇਰ ਨਹੀਂ ਅਸੀਂ ਵਿਨਾਸ਼ ਕਰ ਦੇਣੀ ਹੈ। ਇਹ ਬਚਨ ਤਾਂ ਸਰਾਪ ਦੇ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਨਹੀਂ ਸਦਲਤਾ ਕਹਿ ਰਹੇ, ਹਾਂ ਤੁਹਾਡਾ ਜਿਹੜਾ ਰਾਜ ਭਾਗ ਹੈ ਸਥਿਰ ਨਹੀਂ ਰਹੇਗਾ, ਟਿਕਿਆ ਨਹੀਂ ਰਹੇਗਾ ਅੱਗੇ ਨੂੰ। ਸ਼ਰਨ ਪਰਿਓ ਤਉ ਕੋ ਹਮ ਜਾਣਾ, ਇਹ ਬਚਨ ਅਸੀਂ ਪਹਿਲਾਂ ਕਰ ਚੁੱਕੇ ਸੀ, ਜੜਾਂ ਤੁਹਾਡੀਆਂ ਪੱਟ ਚੁੱਕੇ ਸੀ ਤੁਹਾਡੀ ਕੁਲ ਦੀਆਂ, ਪਰ ਫਿਰ ਵੀ ਤੂੰ ਸਾਡੀ ਸ਼ਰਨ ਆ ਗਿਆ ਸੀ, ਤੈਨੂੰ ਸ਼ਰਨ ਆਏ ਨੂੰ ਜਾਣ ਕੇ। ਜਗ ਲੋ ਜੀਐ ਜਿਉ ਏ ਦਾਨਾ,
ਅਸੀਂ ਇੰਨਾ ਕੁ ਤੈਨੂੰ ਦਾਨ ਦੇ ਦਿੱਤਾ ਸੀ ਵੀ ਜਦੋਂ ਤੱਕ ਤੂੰ ਜਿਉਂਦਾ ਰਹੇਗਾ ਰਾਜ ਭੋਗੇਗਾ। ਤੁਮ ਬਿਦ ਬੜ ਅਪਰਾਧ ਕਮਾਏ। ਪਰ ਤੇਰੇ ਪਿਤਾ ਔਰੰਗਜ਼ੇਬ ਨੇ ਉਹਨੇ ਤਾਂ ਬੜੇ ਅਪਰਾਧ ਕਮਾਏ ਸਨ। ਰਾਜ ਤੇਜ ਤੁਰਕਾਨ ਗਵਾਈ। ਸੋ ਉਹਦੇ ਪਾਪਾਂ ਦਾ ਕਰਕੇ ਜਿਹੜਾ ਰਾਜ ਤੇਜ ਹੈ ਤੁਰਕਾਂ ਦਾ ਇਹ ਗਵਾਇਆ ਗਿਆ, ਇਹ ਖਤਮ ਹੋ ਗਿਆ ਹੈ। ਨਹੀਂ ਬੋਲ ਸਕੈ ਅਬ ਕੋਈ। ਔਰ ਇਹ ਜਿਹੜਾ ਰਾਜ ਤੇਜ ਤੁਹਾਡੇ ਹੱਥੋਂ ਚਲਿਆ ਗਿਆ ਨਾ, ਇਹਨੂੰ ਹੁਣ ਕੋਈ ਮੋੜ ਨਹੀਂ ਸਕਦਾ। ਈਸ਼ਵਰ ਕੀ ਇੱਛਾ ਅਸ ਹੋਈ। ਇਹ ਪ੍ਰਮਾਤਮਾ ਦੀ ਇੱਛਾ ਹੀ ਐਸੀ ਹੋ ਗਈ ਹੈ। ਅਬ ਵੀ ਉਤਰ ਸਕਿਓ ਨਹਿ ਪੂਰਾ। ਬਾਕੀ ਭਾਈ ਤੇਰੇ ਤੇ ਅਸੀਂ ਦਇਆ ਕਰਕੇ ਕਿਰਪਾ ਕਰ ਦਿੱਤੀ ਸੀ, ਪਰ ਫਿਰ ਵੀ ਤੂੰ ਇਹ ਸਾਡੇ ਬਚਨਾਂ ਦੇ ਉੱਤੇ ਪੂਰਾ ਨਹੀਂ ਉਤਰ ਸਕਿਆ। ਰਸ ਬਹੁਤ ਬਿਦ ਹੋਏ ਸਭ ਪੂਰਾ। ਕਹਿੰਦੇ ਤੂੰ ਡਰਦਾ ਰਿਹਾ, ਡਰਦਾ ਡਰਦਾ ਬਹੁ ਪ੍ਰਕਾਰ ਦੇ ਨਾਲ ਕੂੜਾ ਹੋ ਗਿਆ, ਝੂਠਾ ਪੈ ਗਿਆ। ਸੁਨਤ ਬਹਾਦਰ ਸ਼ਾਹ ਜਾਇਓ। ਬਹਾਦਰ ਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੇ ਇਹ ਬਚਨ ਸੁਣ ਕੇ ਬੜਾ ਸ਼ਰਮਸ਼ਾਰ ਹੋਇਆ। ਰਾਜੀ ਦੀ ਜੈ ਰੌਰਗ ਟਾਟਾਇਓ। ਕਹਿੰਦਾ ਮਹਾਰਾਜ ਚਲੋ ਜੋ ਹੋਇਆ ਮੇਰੀ ਗਲਤੀ ਹੈ, ਆਪ ਜੀ ਹੁਣ ਕਿਰਪਾ ਕਰੋ ਜਿਹੜਾ ਪੰਜਾਬ ਵਿੱਚ ਰੌਲਾ ਰੱਪਾ ਪੈ ਰਿਹਾ ਨਾ, ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਰੋਕ ਕੇ ਸਭ ਰੌਲਾ ਰੱਪਾ ਹਟਾ ਦਿਓ। ਜਬ ਲੋ ਸਲਤਨ ਮੁਝ ਪ੍ਰਤਦੀਨ। ਜਦੋਂ ਤੱਕ ਆਪ ਜੀ ਨੇ ਮੈਨੂੰ ਸਲਤਨਤ ਦਿੱਤੀ ਹੈ, ਰਾਜ ਭਾਗ ਬਖਸ਼ਿਸ਼ ਕੀਤਾ ਹੋਇਆ ਹੈ, ਕਰੋ ਕਿਰਪਾ ਹੋਏ ਸੰਕਟ ਹੀਨ। ਆਪ ਜੀ ਕਿਰਪਾ ਕਰੋ ਚਲੋ ਮੇਰੇ ਰਾਜ ਭਾਗ ਦੇ ਵਿੱਚ ਤਾਂ ਮੈਨੂੰ ਸੰਕਟ ਹੀਣਾ ਕਰੋ, ਮੇਰੇ ਰਾਜ ਭਾਗ ਦੇ ਵਿੱਚ ਤਾਂ ਐਸੀ ਕੋਈ ਵਿਪਤਾ ਨਾ ਆਵੇ। ਦਿਨ ਪ੍ਰਤ ਲਿਖਿਓ ਆਈ ਅਹਵਾਲ। ਮਹਾਰਾਜ ਸੱਚੇ ਪਾਤਸ਼ਾਹ ਦਿਨ ਪ੍ਰਤੀ ਦਿਨ ਮੇਰੇ ਕੋਲ ਪੰਜਾਬ ਦਾ ਜਿਹੜਾ ਹਾਲ ਲਿਖਿਆ ਪਹੁੰਚਦਾ ਹੈ, ਖਬਰਾਂ ਪਹੁੰਚਦੀਆਂ ਹਨ। ਹਰੀ ਸਰਬ ਦੇਸ਼ਨ ਚਲ ਚਾਲ। ਸਾਰੇ ਦੇਸ਼ਾਂ ਦੇ ਵਿੱਚ ਚੱਲ ਚਾਲ ਹਲਚਲ ਮੱਚੀ ਹੋਈ ਹੈ। ਦਿੱਲੀ ਲਗ ਕਰੇ ਆਰਾਮੋ। ਔਰ ਮਹਾਰਾਜ ਦਿੱਲੀ ਤੱਕ ਸਾਡਾ ਤਾਂ ਕੋਈ ਵੀ ਅਹਿਲਕਾਰ ਸੂਬਾ ਆਰਾਮ ਨਹੀਂ ਕਰਦਾ, ਬੜੇ ਬੇਆਰਾਮੇ ਹੋਏ ਹਨ। ਚਿੰਤਾ ਸੁਪਤੈ ਤਾਨਾ ਤਮਮੋ। ਆਤ ਦੀ ਚਿੰਤਾ ਸਾਰਿਆਂ ਦੇ ਮਨ ਦੇ ਵਿੱਚ, ਤਮਾਮ ਜਿੰਨੇ ਸੂਬੇ ਐ ਉਹ ਚਿੰਤਾਗ੍ਰਸਤ ਇੰਨੇ ਆ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ, ਸੌਂਦੇ ਨਹੀਂ ਹਨ। ਏਤੀ ਬਾਤ ਕਰਤ ਦੇ ਖਰੇ। ਇੰਨੀਆਂ ਗੱਲਾਂ ਬਾਤਾਂ ਸਤਿਗੁਰੂ ਸਾਹਿਬ ਜੀ ਦੇ ਨਾਲ ਕਰ ਰਿਹਾ ਸੀ ਖੜਾ ਬਹਾਦਰ ਸ਼ਾਹ। ਪਹੁੰਚੇ ਪੰਚ ਸਿੰਘ ਰਿਸ ਭਰੀ। ਉਸ ਵੇਲੇ ਪੰਜਾਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਸ਼ਿਕਾਇਤ ਲੈ ਕੇ ਆਏ ਸਨ ਨਾ ਸਿੱਖ, ਉਹ 5 ਸਿੱਖ ਬੜੇ ਰੋਸ ਵਿੱਚ ਭਰੇ ਹੋਏ ਪਹੁੰਚੇ। ਚਰਨ ਸਰੋਜਨ ਕੋਲ ਬਟਾਈ। ਆ ਕੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਲਿਪਟ ਕੇ ਨਮਸਕਾਰ ਕੀਤੀ। ਗੁਰ ਪੂਜੇ ਕਿਤ ਤੇ ਤੁਮ ਆਈ। ਸਤਿਗੁਰੂ ਪੁੱਛਦੇ ਆ ਭਾਈ ਖਾਲਸਿਓ ਤੁਸੀਂ ਕਿੱਧਰੋਂ ਆਏ ਹੋ? ਸੁਨ ਤਨ ਸਰਬ ਬਰਤੰਤ ਬਖਾਨਾ। ਸੁਣ ਕੇ ਸਤਿਗੁਰੂ ਦੇ ਬਚਨ ਉਹਨਾਂ ਨੇ ਸਾਰਾ ਹਾਲ ਦੱਸਿਆ। ਗਰਭਿਓ ਬੰਦਾ ਹਿਰਦੈ ਮਹਾਨਾ। ਕਹਿੰਦਾ ਮਹਾਰਾਜ ਜਿਹੜਾ ਬੰਦਾ ਸਿੰਘ ਬਹਾਦਰ ਤੁਸੀਂ ਥਾਪੜਾ ਦੇ ਕੇ ਭੇਜਿਆ ਸੀ, ਉਹ ਤਾਂ ਬੜਾ ਵੱਡਾ ਹੰਕਾਰੀ ਹੋ ਗਿਆ ਹੈ। ਸਿੰਘਨ ਕੀ ਸਹਾਇਤਾ ਪਾਈ। ਔਰ ਸਿੰਘਾਂ ਦੀ ਉਹਨੇ ਸਹਾਇਤਾ ਵੀ ਲਈ, ਮਦਦ ਵੀ ਲੈ ਲਈ, ਦੇਸ ਪੰਜਾਬ ਸੋ ਜੀਤਿਓ ਜਾਈ। ਔਰ ਸਾਰਾ ਪੰਜਾਬ ਦੇਸ਼ ਜਿਹੜਾ ਉਹ ਜਿੱਤ ਲਿਆ। ਗੁਰ ਕੇ ਕਾਰਜ ਸਗਲ ਸਵਾਰੀ। ਤੇ ਮਹਾਰਾਜ ਆਪ ਜੀ ਨੇ ਜਿਹੜੇ ਕਾਰਜ ਸੌਂਪੇ ਸਨ, ਜ਼ਿੰਮੇਵਾਰੀਆਂ ਸੌਂਪੀਆਂ ਸਨ, ਉਹ ਵੀ ਸਾਰੇ ਕਾਜ ਸਵਾਰ ਲਏ। ਜੋ ਦਰੋਹੀ ਸੋ ਚੁਨ ਚੁਨ ਮਾਰੀ। ਆਪ ਜੀ ਦੇ ਖਾਲਸੇ ਨੇ ਗੁਰੂ ਘਰ ਦੇ ਜਿੰਨੇ ਦੋਖੀ ਸੀ ਉਹ ਵੀ ਚੁਣ ਚੁਣ ਕੇ ਮਾਰ ਦਿੱਤੇ। ਮਾਰ ਵਜੀਦਾ ਧੂਰ ਮਿਲਾਇਓ। ਔਰ ਵਜੀਦਾ ਖਾਨ ਸੂਬਾ ਸਰਹੰਦ ਉਹਨੂੰ ਵੀ ਮਾਰ ਕੇ ਮਿੱਟੀ 'ਚ ਮਿਲਾ ਦਿੱਤਾ। ਔਰ ਸਰਹੰਦ ਲੁੱਟਿਓ ਮਨ ਪਾਇਓ। ਔਰ ਜਿਹੜੀ ਉਹਦੀ ਸਰਹੰਦ ਪੁਰੀ ਸੀ, ਮਨ ਭਾਉਂਦੀ ਸਿੰਘਾਂ ਨੇ ਲੁੱਟ ਖਸੁੱਟ ਉਹਦੀ ਕੀਤੀ। ਆਪ ਸੜੌਰਾ ਕਤਲ ਕਰੇ ਹੈ। ਸਢੌਰੇ ਤੋਂ ਲੈ ਕਰਕੇ ਹੋਰ ਜਿੰਨੇ ਜਿੱਥੇ ਜਿੱਥੇ ਗੁਰੂ ਘਰ ਦੇ ਦੋਖੀ ਸੀ ਉਹ ਸਾਰੇ ਕਤਲ ਕਰ ਦਿੱਤੇ ਹਨ। ਤੁਰਕ ਸਿੰਘ ਕਰ ਜੋਰ ਲਰੀ ਹੈ। ਤੁਰਕਾਂ ਦੇ ਨਾਲ ਮਹਾਰਾਜ ਆਪ ਜੀ ਦੇ ਸਿੰਘ ਤੁਹਾਡੀਆਂ ਬਖਸ਼ਿਸ਼ਾਂ ਸਦਕਾ ਬੜਾ ਜ਼ੋਰ ਕਰਕੇ ਲੜੇ ਹਨ। ਭਏ ਅਨਕਹੀ ਜੰਗ ਖਾੜੀ। ਅਨੇਕਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਨਿਤਾ ਪ੍ਰਤੀ ਜੰਗ ਦੇ ਅਖਾੜੇ ਲੱਗਦੇ ਰਹੇ, ਜੰਗ ਹੁੰਦੀ ਰਹੀ। ਅਦ ਤੁਰਕਾਨਾ ਸਤਰ ਉਗਾੜੀ। ਔਰ ਮਹਾਰਾਜ ਸੱਚੇ ਪਾਤਸ਼ਾਹ ਤੁਰਕਾਨਾ ਜਿੰਨੇ ਤੁਰਕ ਹੈ ਉਹ ਸਾਰੇ ਮਾਰ ਕੇ ਤੇ ਉਹਨਾਂ ਦੇ ਪਾਪ ਉਘਾੜ ਦਿੱਤੇ ਹਨ, ਪਾਜ ਉਘੇੜੇ ਹਨ। ਮਹਾਰਾਵ ਮਾਜਿਓ ਤਿਸ ਦੇਸ਼। ਸਾਰੇ ਦੇਸ਼ ਪੰਜਾਬ ਦੇ ਵਿੱਚ ਬੜਾ ਭਾਰੀ ਰੌਲਾ ਰੱਪਾ ਪੈ ਚੁੱਕਿਆ ਹੈ। ਭਏ ਮਾਰ ਕੈ ਵਿਜੈ ਅਸ਼ੇਸ਼।
ਔਰ ਜਗ੍ਹਾ ਜਗ੍ਹਾ ਦੇ ਉੱਤੇ ਮਾਰ ਕੇ ਖਾਲਸੇ ਨੇ ਫਤਿਹ ਪਾ ਲਈ ਹੈ। ਭਇਓ ਪ੍ਰਤਾਪ ਅਮਰ ਠਹਿਰਾਇਓ। ਮਹਾਰਾਜ ਖਾਲਸੇ ਦਾ ਬੜਾ ਤੇਜ ਪ੍ਰਤਾਪ ਹੋ ਗਿਆ। ਸਾਰੇ ਜਗ੍ਹਾ ਦੇ ਉੱਤੇ ਖਾਲਸੇ ਦੀ ਹਕੂਮਤ ਚੱਲ ਪਈ, ਹੁਕਮ ਚੱਲਦਾ ਹੈ। ਜਗਤ ਤੇ ਹੱਲਾ ਗਨਿਆਇਓ। ਜਿੱਥੋਂ ਕਿਤੋਂ ਮਹਾਰਾਜ ਸਾਰੇ ਇਲਾਕਿਆਂ ਵਿੱਚੋਂ ਥਾਵਾਂ ਥਾਵਾਂ ਤੋਂ ਆਪ ਜੀ ਦੇ ਖਾਲਸੇ ਦੇ ਪਾਸ ਕਿਸਾਨ ਹਾਲਾ ਵੀ ਭਰਨ ਲੱਗ ਪਏ ਹਨ। ਸਦਾ ਸਰੋਵਰ ਪੁਨ ਚਲ ਗਈ। ਉਸ ਤੋਂ ਬਾਅਦ ਅਸੀਂ ਸਾਰੇ ਮਹਾਰਾਜ ਜਿੱਤ ਪ੍ਰਾਪਤ ਕਰਕੇ ਸੁਦਾ ਸਰੋਵਰ ਗੁਰੂ ਰਾਮਦਾਸ ਸਰੋਵਰ ਚਲੇ ਗਏ, ਅੰਮ੍ਰਿਤਸਰ ਸਾਹਿਬ ਗਏ। ਭਜਨ ਕਰੇ ਕਲੋਕਤ ਹੋਏ। ਉੱਥੇ ਮਹਾਰਾਜ ਆਪ ਜੀ ਦੇ ਸਾਰੇ ਸਿੰਘਾਂ ਨੇ ਇਸ਼ਨਾਨ ਕੀਤਾ, ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ, ਉੱਥੇ ਆਪਣੇ ਪਾਪ ਉਤਾਰੇ। ਸੁੰਦਰ ਹਰ ਮੰਦਰ ਕੇ ਅੰਦਰ। ਔਰ ਬਹੁਤ ਹੀ ਸੁੰਦਰ ਜਿਹੜਾ ਹਰੀ ਦਾ ਮੰਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਹਿਗੁਰੂ ਪਰਮੇਸ਼ਰ ਦਾ ਘਰ ਹੈ, ਉਸ ਦੇ ਅੰਦਰ ਦਰਸ਼ਨ ਕਰਿਓ ਤੇਰੇ ਸੁਭ ਨੰਦਰ। ਅਸੀਂ ਉੱਥੇ ਸ਼ੁਭ ਪਵਿੱਤਰ ਦਰਸ਼ਨ ਕਰਕੇ ਜਦੋਂ ਬੈਠੇ, ਜੋ ਗਰਬਤ ਛਾਤ ਵਡਿਆਈ। ਉੱਥੇ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਬੜਾ ਹੰਕਾਰ ਵਿੱਚ ਆਇਆ, ਵਡਿਆਈ ਮੰਗਣ ਲੱਗਿਆ। ਆਸ ਖਾਲਸੇ ਤੇ ਗੁਰਿਆਈ। ਔਰ ਖਾਲਸੇ ਤੋਂ ਗੁਰਿਆਈ ਮੰਗਣ ਲੱਗਿਆ, ਗੌਰਵਤਾ ਮੰਗਣ ਲੱਗਿਆ ਵੀ ਮੈਨੂੰ ਹੁਣ ਗੁਰੂ ਮੰਨੋ। ਜਮੋ ਪਦਾਰਥ ਦਰਬ ਵਿਸਾਲਾ। ਤੇ ਮਹਾਰਾਜ ਜਿਹੜੀ ਬਹੁਤ ਸਾਰੀ ਫੌਜ, ਬੜਾ ਪਦਾਰਥ, ਬੜਾ ਧਨ ਸੀ, ਤੇ ਜਗ ਜਾਣਿਓ ਚਲਿਓ ਕੁਚਾਲਾ। ਉਹ ਆਪਣੇ ਕੋਲ ਇੰਨੀ ਫੌਜ, ਇੰਨਾ ਧਨ ਪਦਾਰਥ ਜਾਣ ਕੇ ਮਹਾਰਾਜ ਉਹ ਹੰਕਾਰੀ ਹੋ ਗਿਆ ਤੇ ਇਹ ਕੁਚਾਲਾ ਹੋ ਗਿਆ, ਭੈੜੀਆਂ ਚਾਲਾਂ ਚੱਲਣ ਲੱਗ ਪਿਆ। ਸਿੰਘ ਮਿਲੇ ਮਸਰਤ ਕਰ ਸਵੈ। ਉਸ ਵੇਲੇ ਸਾਰੇ ਸਿੰਘਾਂ ਨੇ ਮਿਲ ਕੇ ਸਲਾਹ ਮਸ਼ਵਰਾ ਕੀਤਾ। ਕਰਿਓ ਅਨਾਦਰ ਤਿਸ ਕੋ ਤਵੈ। ਉਸ ਵੇਲੇ ਮਹਾਰਾਜ ਕਿਸੇ ਨੇ ਬੰਦਾ ਸਿੰਘ ਦਾ ਸਤਿਕਾਰ ਨਾ ਕੀਤਾ। ਜਦੋਂ ਆ ਪੁੱਠੀਆਂ ਗੱਲਾਂ ਉਹਨੇ ਕੀਤੀਆਂ, ਸਾਰਿਆਂ ਨੇ ਉਹਦਾ ਅਨਾਦਰ ਕੀਤਾ, ਫਟਕਾਰਾਂ ਪਾਈਆਂ। ਨਹੀਂ ਮੇਰ ਤੁਰ ਸੰਗ ਹਮਾਰੋ। ਤੇ ਆਖਿਆ ਮਹਾਰਾਜ ਵੀ ਬੰਦਾ ਸਿੰਘ ਬਹਾਦਰ, ਸਾਡਾ ਤੇਰੇ ਨਾਲ ਹੁਣ ਅੱਜ ਤੋਂ ਕੋਈ ਮੇਲ ਜੋਲ ਨਹੀਂ ਹੈ, ਪੰਥ ਗੁਰੂ ਕੋ ਅਪਰਚਾਰੋ। ਕਿਉਂਕਿ ਗੁਰੂ ਦਾ ਪੰਥ ਆ ਨਾ ਜਿਹੜਾ, ਇਹਦਾ ਤਾਂ ਹੋਰ ਹੀ ਆਚਾਰ ਆ, ਤੇਰੇ ਵਾਲੇ ਚਾਲੇ ਨਹੀਂ ਹਨ। ਗੁਰੂ ਕਾ ਜਿਹੜਾ ਪੰਥ ਹੈ ਇਹ ਤਾਂ ਉੱਚੇ ਆਚਰਨ ਦਾ ਮਾਲਕ ਹੈ। ਸ਼ਿਆਮ ਵਰਨ ਮਦਿਆਮ ਖਿਲਾਈ। ਤੇ ਮਹਾਰਾਜ ਨੀਲੇ ਰੰਗ ਦੇ ਵਸਤਰ ਤੇ ਮਾਸ ਵੀ ਲੈ ਕੇ ਆਏ ਗੁਰੂ ਕੇ ਸਿੰਘ। ਲਾਗਤ ਪਾਇਓ ਨੈ ਮਨ ਪਾਈ। ਪਰ ਬੰਦਾ ਸਿੰਘ ਬਹਾਦਰ ਨੇ ਛਕਿਆ ਨਾ ਉਹ ਵਸਤਰ ਪਹਿਨੇ, ਨੱਕ ਦਬਾ ਕੇ ਨੱਕ ਸਕੋੜ ਕੇ ਪਾਸੇ ਹੋ ਗਿਆ। ਈਵ ਬੋਲ ਕਰ ਭਏ ਨਿਰਾਲੇ। ਇਉਂ ਬੋਲ ਕੇ ਸਾਰੇ ਉਹ ਤੋਂ ਨਿਰਾਲੇ ਵੱਖਰੇ ਹੋ ਗਏ। ਜਜ ਗ੍ਰਾਮਨ ਭਏ ਬਰੇ ਸੁਖਾਲੀ। ਆਪੋ ਆਪਣੇ ਪਿੰਡਾਂ ਵਿੱਚ ਜਾ ਪਹੁੰਚੇ, ਸੁਖਾਲੇ ਹੀ ਕੋਈ ਉਹਦੇ ਕੋਲ ਨਾ ਰਿਹਾ। ਬ੍ਰਹਮਚਰਜ ਤਿਸ ਨਾਹਿ ਨ ਰਾਖਿਓ। ਤੇ ਮਹਾਰਾਜ ਉਹਨੇ ਵਿਆਹ ਵੀ ਕਰਾ ਲਿਆ, ਬ੍ਰਹਮਚਰਜ ਨਹੀਂ ਰੱਖਿਆ, ਜਤੀ ਸਤੀ ਨਹੀਂ ਰਿਹਾ। ਭਇਓ ਵਿਆਹ ਵਿਸ਼ਿਆਨੰਦ ਕਾਂਖਿਓ। ਵਿਸ਼ਿਆ ਦੇ ਆਨੰਦ ਭੋਗਣ ਦੇ ਇੱਛਾ ਦੇ ਨਾਲ ਉਹਨੇ ਵਿਆਹ ਕਰ ਲਿਆ। ਸ੍ਰੀ ਬਨੋਦ ਸਿੰਘ ਚਿਰਕਣ ਕਰਿਓ। ਉਸ ਵੇਲੇ ਮਹਾਰਾਜ ਬਾਬਾ ਵਿਨੋਦ ਸਿੰਘ ਜੀ ਨੇ ਉਹਨੂੰ ਬੜਾ ਝਿੜਕਿਆ, ਝਿੜਕ ਕੇ ਹਟਾਉਣਾ ਚਾਹਿਆ। ਸੋ ਬਜਾਇਓ ਨਾਹਿ ਨ ਡਰਿਓ। ਪਰ ਮਹਾਰਾਜ ਉਹਦੇ ਘਰ ਤਾਂ ਹੁਣ ਪੁੱਤਰ ਵੀ ਪੈਦਾ ਹੋ ਗਿਆ, ਉਹ ਨਹੀਂ ਡਰਿਆ। ਅਵਤ ਸੁਖੀ ਚੈ ਗਲੀ ਕੁਠਾਲੀ। ਮਹਾਰਾਜ ਜਿਵੇਂ ਆਪ ਜੀ ਨੇ ਬਚਨ ਕੀਤੇ ਸੀ ਨਾ ਵੀ ਉਹ ਜੇ ਗੁਰੂ ਬਚਨਾਂ ਤੋਂ ਉਲਟ ਕੋਈ ਕਾਰਜ ਕਰੇਗਾ ਉਹਦੀ ਕੁਠਾਲੀ ਗਲ ਜਾਏਗੀ। ਤੇ ਮਹਾਰਾਜ ਹੁਣ ਉਹਦੀ ਕੁਠਾਲੀ ਗਲਣੀ ਚਾਹੀਦੀ, ਉਹਦਾ ਵਿਨਾਸ਼ ਹੋਣਾ ਚਾਹੀਦਾ ਹੈ। ਬਚਨ ਆਪ ਕੋ ਜਾਏ ਨ ਖਾਲੀ। ਕਿਉਂਕਿ ਆਪ ਜੀ ਨੇ ਬਚਨ ਕੀਤੇ ਸਨ ਤੇ ਆਪ ਜੀ ਦਾ ਬਚਨ ਕਦੇ ਖਾਲੀ ਨਹੀਂ ਜਾਂਦਾ। ਅਰਦਕ ਭਏ ਸੁਨ ਕ੍ਰੋਧ ਨ ਧਰੀ। ਮਹਾਰਾਜ ਜਿੰਨੇ ਸਿੰਘ ਸੀ, ਕਿਸੇ ਨੇ ਗੁੱਸਾ ਤਾਂ ਨਾ ਕੀਤਾ, ਪਰ ਉਹ ਤੋਂ ਵੱਖਰੇ ਹੋ ਗਏ ਸਾਰੇ। ਨਹੀਂ ਖਾਲਸੇ ਸ਼ਰਾਬਤ ਕਰੇ। ਔਰ ਨਾ ਹੀ ਮਹਾਰਾਜ ਕਿਸੇ ਖਾਲਸੇ ਨੇ ਉਹਨੂੰ ਕੋਈ ਸ਼ਰਾਪ ਦਿੱਤਾ ਹੈ। ਜਾਂਦੇ ਸੁਦੇਤ ਸਮਹ ਮੈਂ ਪਠਾਇਓ। ਪਰ ਆਪ ਜੀ ਕੋਲੇ ਖਬਰ ਦੇਣ ਵਾਸਤੇ ਸਾਨੂੰ ਜ਼ਰੂਰ ਭੇਜਿਆ ਹੈ। ਬਿਗੜੇ ਜਿਗਿਓ ਜਮ ਸਰਬ ਸੁਨਾਇਓ। ਜਿਵੇਂ ਬੰਦਾ ਸਿੰਘ ਬਹਾਦਰ ਵਿਗੜ ਗਿਆ ਨਾ, ਉਹ ਸਾਰੀ ਵਾਰਤਾ ਮਹਾਰਾਜ ਕੋਲੇ ਸੁਣਾ ਦਿੱਤੀ। ਸੁਨ ਕੈ ਗੁਰੂ ਸ਼ਾਹੂ ਸੋ ਕਹਿਓ। ਉਸ ਵੇਲੇ ਬਹਾਦਰ ਸ਼ਾਹ ਬਾਦਸ਼ਾਹ ਵੀ ਕੋਲੇ ਖੜਿਆ, ਉਹਨੂੰ ਸੰਬੋਧਨ ਹੋ ਕੇ ਸਤਿਗੁਰੂ ਜੀ ਕਹਿਣ ਲੱਗੇ, ਸੋ ਅਬ ਤੇਰੇ ਹੀ ਨਹੀਂ ਰਹਿਓ। ਕਹਿੰਦੇ ਲੈ ਬਹਾਦਰ ਸ਼ਾਹ ਤੂੰ ਕਹਿੰਦਾ ਸੀ ਬੰਦਾ ਸਿੰਘ ਬਹਾਦਰ ਨੂੰ ਰੋਕ ਦਿਓ, ਕਹਿੰਦੇ ਹੁਣ ਰੋਕਣ ਦੀ ਲੋੜ ਨਹੀਂ ਪੈਣੀ। ਕਹਿੰਦੇ ਉਹ ਤੇਜਹੀਣ ਹੋ ਗਿਆ, ਤਪ ਤੇਜ ਨਹੀਂ ਉਹਦੇ ਪਾਸ ਰਿਹਾ, ਹੁਣ ਤਪ ਤੇਜ ਤੋਂ ਹੀਣਾ ਹੋ ਗਿਆ ਹੈ। ਚਿੰਤਾ ਤਰ ਪੁਜਿਓ ਸਮੋ ਤੇ। ਕਹਿੰਦੇ ਹੁਣ ਤੂੰ ਚਿੰਤਾ ਨਾ ਕਰ ਵੀ ਤੇਰਾ ਰਾਜ ਭਾਗੋ ਖਤਮ ਕਰ ਦੂ, ਕਹਿੰਦੇ ਉਹਦਾ ਸਮਾਂ ਪੁੱਗ ਗਿਆ ਹੈ। ਭਇਓ ਵਿਕਾਰੀ ਗਰਭ ਬਧਿਓ ਜੇ। ਕਹਿੰਦੇ ਉਹ ਵਿਕਾਰੀ ਹੋ ਗਿਆ ਤੇ ਮਨ ਵਿੱਚ ਜਿਹਦੇ ਹੰਕਾਰ ਵੱਧ ਗਿਆ ਹੈ। ਹਟ ਜੈ ਅਬ ਬਿਨਾ
ਹਟਾਈ। ਕਹਿੰਦੇ ਉਹਨੂੰ ਹੁਣ ਹਟਾਉਣਾ ਨਹੀਂ ਪਵੇਗਾ, ਬਿਨਾਂ ਹਟਾਏ ਆਪੇ ਹਟ ਜਾਏਗਾ। ਆਪਣੇ ਪਲਟਾ ਦੀ ਸਫਾਈ। ਹਾਂ, ਜਿਹੜੇ ਮਨੋਰਥ ਕਰਕੇ ਅਸੀਂ ਉਹਨੂੰ ਭੇਜਿਆ ਸੀ ਉਹ ਬਦਲਾ ਲੈ ਲਿਆ ਗਿਆ ਹੈ। ਕਾਰਨ ਦੁਖੋ ਤੋ ਅਬ ਗਇਓ। ਕਹਿੰਦੇ ਹੁਣ ਤਾਂ ਇਹ ਕਾਰਨ ਬਣ ਆ ਗਿਆ ਹੈ। ਕਰਨ ਕੁਠਾਲ ਸਮੋ ਅਬ ਭਇਓ। ਉਹ ਜਿਵੇਂ ਕੁਠਾਲੀ ਦੇ ਗਲਣ ਦਾ ਸਮਾਂ ਨਾ, ਬੰਦਾ ਸਿੰਘ ਬਹਾਦਰ ਦੇ ਵਿਨਾਸ਼ ਦਾ ਸਮਾਂ ਆ ਗਿਆ ਹੈ। ਹੁਣ ਸਿੰਘਨ ਸਨ ਗੁਰੂ ਉਚਾਰਾ। ਫਿਰ ਸਿੰਘਾਂ ਨੂੰ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਮੋਹੇ ਪੰਥ ਨੇ ਕਾਜ ਉਚਾਰਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਜਿਹੜਾ ਪੰਥ ਆ ਨਾ, ਇਹ ਕੱਚੇ ਆਚਾਰ ਵਿਹਾਰ ਵਾਲਾ ਨਹੀਂ, ਸਗੋਂ ਉੱਚੇ ਸੁੱਚੇ ਆਚਰਣ ਦਾ ਮਾਲਕ ਹੈ। ਨੈ ਬਿਗਰੇ ਕੋ ਸਕੈ ਬੁਗਾਰੀ। ਕਹਿੰਦੇ ਸਾਡਾ ਪੰਥ ਨਾ ਵਿਗੜ ਸਕਦਾ, ਨਾ ਇਹਨੂੰ ਕੋਈ ਵਿਗਾੜ ਸਕਦਾ ਹੈ। ਰਹੋ ਦੇਸ਼ ਤਿਸ ਬਨੋ ਜੁਝਾਰੀ। ਕਹਿੰਦੇ ਭਾਈ ਜਾਓ, ਸਾਰੇ ਸਿੰਘਾਂ ਨੂੰ ਵੀ ਸੁਨੇਹਾ ਦੇ ਦਿਓ ਵੀ ਉਹ ਪੰਜਾਬ ਦੇਸ਼ ਵਿੱਚ ਰਹਿਣ ਬੜੇ ਜੁਝਾਰੂ ਬਣ ਕੇ। ਬੇਮੁਖੋ ਤਰ ਦੀਜੈ ਸੰਗ। ਉਹ ਬੰਦਾ ਸਿੰਘ ਬਹਾਦਰ ਜੇ ਬੇਮੁਖ ਹੋ ਗਿਆ ਤਾਂ ਉਸ ਬੇਮੁਖ ਦਾ ਸੰਗ ਤਜ ਦਿਓ, ਉਹਦਾ ਸਾਥ ਛੱਡ ਦੇਵੋ ਆਪ ਸ਼੍ਰੋਮਣ ਬਣੋ ਸੰਗ। ਤੇ ਆਪ ਸ਼੍ਰੋਮਣੀ ਬਣੋ ਨਿਸ਼ਚੇ ਕਰਕੇ। ਸੰਮਤ ਕਦਕ ਸਮਾਜ ਵਿਆਵੈ। ਜਦੋਂ ਕਹਿੰਦੇ ਕੁਝ ਸਮਾਂ ਕੁਝ ਸਾਲ ਬੀਤ ਜਾਣਗੇ, ਰਾਜ ਖਾਲਸੇ ਕੋ ਹੋਏ ਜਾਵੈ। ਸਤਿਗੁਰੂ ਜੀ ਕਹਿੰਦੇ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਏ। ਉਸ ਵੇਲੇ ਖਾਲਸੇ ਦਾ ਰਾਜ ਹੋ ਜਾਵੇਗਾ। ਅਵਨੀ ਕੇ ਮਾਲਕ ਬਨ ਜਾਹੈ। ਤੁਸੀਂ ਗੁਰੂ ਕੇ ਸਿੰਘੋ ਇਸ ਧਰਤੀ ਦੇ ਮਾਲਕ ਬਣ ਜਾਓਗੇ। ਮਾਰਤ ਮਰਤ ਤਬੈ ਵਿਦਤੈ ਹੈ। ਸੋ ਇਸ ਤਰ੍ਹਾਂ ਮਾਰਦਿਆਂ ਮਰਦਿਆਂ, ਦੁਸ਼ਮਣਾਂ ਨੂੰ ਮਾਰਦਿਆਂ ਹੋਇਆਂ, ਆਪ ਸ਼ਹੀਦ ਹੁੰਦਿਆਂ ਕਹਿੰਦੇ ਪ੍ਰਗਟ ਹੋ ਜਾਵੇਗਾ ਪੰਥ। ਇਮ ਸਤਿਗੁਰ ਸ੍ਰੀ ਬਚਨ ਉਚਾਰੀ। ਇਉਂ ਸਤਿਗੁਰੂ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ। ਸੁਨ ਕੈ ਭਏ ਆਨੰਦਤ ਸਾਰੀ। ਸਾਰੇ ਜਿੰਨੇ ਸਰੋਤੇ ਸਨ, ਸੁਣਨ ਵਾਲੇ ਸਿੰਘ ਸਨ, ਗੁਰੂ ਕੀ ਹਜ਼ੂਰੀ ਵਿੱਚ ਖੜੇ ਸੁਣ ਕੇ ਬੜੇ ਆਨੰਦਿਤ ਹੋਏ, ਪ੍ਰਸੰਨ ਹੋ ਗਏ। ਸ਼ਾਹ ਬਹਾਦਰ ਸੀਸ ਨਵਾਈ। ਬਹਾਦਰ ਸ਼ਾਹ ਨੇ ਵੀ ਸਤਿਗੁਰੂ ਜੀ ਨੂੰ ਸੀਸ ਨਵਾਇਆ, ਨਮਸਕਾਰ ਕੀਤੀ। ਤੇਰੇ ਗਮਨਿਓ ਸਹਿਜ ਸੁਭਾਈ। ਮੱਥਾ ਟੇਕ ਕੇ ਆਪਣੇ ਡੇਰੇ ਸਹਿਜ ਸੁਭਾ ਚਲਿਆ ਗਿਆ। ਜੈ ਕੈ ਲਿਖ ਭੇਜੇ ਪਰਵਾਨੀ। ਔਰ ਜਾ ਕੇ ਜਿੱਥੇ ਕਿਤੇ ਨੇ ਪਰਵਾਨੇ ਚਿੱਠੀਆਂ ਲਿਖ ਲਿਖ ਭੇਜ ਦਿੱਤੀਆਂ। ਤਜਗੜ ਚੜੇ ਮਹਿਤ ਮਈਆਨੇ। ਕਹਿੰਦਾ ਜੀ ਵੱਡੇ ਤੋਂ ਵੱਡੀਆਂ ਫੌਜਾਂ, ਭਾਰੀ ਤੋਂ ਭਾਰੀ ਫੌਜਾਂ ਲਸ਼ਕਰ ਚੜ੍ਹਾਈ ਕਰ ਦਿਓ, ਤੇਜਹੀਨ ਰਿਪ ਹੋਏ ਸੁਮਾਰੋ। ਕਿਉਂਕਿ ਤੁਹਾਡਾ ਦੁਸ਼ਮਣ ਬੰਦਾ ਸਿੰਘ ਉਹ ਤੇਜਹੀਨ ਹੋ ਗਿਆ, ਜਾ ਕੇ ਉਸ ਦੁਸ਼ਮਣ ਨੂੰ ਮਾਰ ਦਿਓ। ਜਾਨ ਨ ਦੀਜੈ ਬਹੁ ਪਰਵਾਰੋ। ਕਹਿੰਦੇ ਉਹਨੂੰ ਜਾਣ ਨਾ ਦਿਓ ਕਿਸੇ ਪਾਸੇ, ਬਹੁ ਪਰਿਵਾਰੋਂ ਵੱਡਾ ਘੇਰਾ ਘੱਤ ਲਓ ਜਾ ਕੇ। ਸਰਬ ਭੇਦ ਸ੍ਰੀ ਗੁਰੂ ਸੁਨਾਇਓ। ਸਾਰਾ ਭੇਤ ਇਹ ਜਿਹੜਾ ਗੁਰੂ ਨੇ ਮੈਨੂੰ ਸਾਹਮਣੇ ਸੁਣਾਇਆ, ਮੇਰੇ ਸਾਹਮਣੇ ਆਖਿਆ ਹੈ। ਕਹਿ ਲੀਜੈ ਕਰ ਬਿਬਦੋ ਪਾਇਓ। ਅਨੇਕਾਂ ਤਰ੍ਹਾਂ ਦੇ ਤਰੀਕੇ ਵਰਤ ਕੇ ਜਾ ਕੇ ਉਹਨੂੰ ਗ੍ਰਿਫਤਾਰ ਕਰੋ ਬੰਦੇ ਨੂੰ। ਸ੍ਰੀ ਪ੍ਰਭ ਪਹੁੰਚੇ ਆਪਣਾ ਸਦਾਨਾ। ਇੱਧਰ ਸਤਿਗੁਰੂ ਸਾਹਿਬ ਜੀ ਵੀ ਆਪਣੇ ਨਿਜ ਸਥਾਨ ਤੇ ਪਹੁੰਚ ਗਏ। ਅਬਲੋ ਹੀਰਾ ਘਾਟ ਬਖਾਨਾ। ਕਿੱਥੇ ਪਹੁੰਚੇ? ਜਿਹਨੂੰ ਸਾਧ ਸੰਗਤ ਹੁਣ ਤੱਕ ਗੁਰਦੁਆਰਾ ਹੀਰਾ ਘਾਟ ਦੇ ਨਾਮ ਨਾਲ ਆਪਾਂ ਜਾਣਦੇ ਹਾਂ, ਉੱਥੇ ਸਤਿਗੁਰੂ ਜੀ ਨੇ ਟਿਕਾਣਾ ਕੀਤਾ ਹੋਇਆ ਹੈ। ਹੀਰਾ ਗੁਰੂ ਭਗਾਵਨ ਕਰਿਓ। ਕਿਉਂਕਿ ਸਤਿਗੁਰੂ ਸਾਹਿਬ ਜੀ ਨੇ ਹੀਰਾ ਭਗਾ ਕੇ ਮਾਰਿਆ ਸੀ ਉੱਥੇ। ਨਾਮ ਗੋਦਾਵਰ ਤਟ ਕੋ ਪਰਿਓ। ਗੋਦਾਵਰੀ ਨਦੀ ਦਾ ਉਹ ਤਟ, ਉਹ ਕਿਨਾਰਾ, ਉਹਦਾ ਨਾਮ ਹੀਰਾ ਘਾਟ ਪੈ ਗਿਆ ਹੈ। ਹੇਰਤ ਹੇਰਤ ਬਿਸਮਿਓ ਸ਼ਾਹੂ। ਜਦੋਂ ਸਤਿਗੁਰੂ ਜੀ ਨੇ ਇਹ ਹੀਰਾ ਸੁੱਟਿਆ ਸੀ ਤੇ ਜਿਹੜਾ ਬਾਦਸ਼ਾਹ ਸੀ ਬੜਾ ਹੈਰਾਨ ਹੋਇਆ ਸੀ ਦੇਖ ਕੇ। ਉਹ ਤੋਂ ਬੇਕੀਮਤ ਕਾਜਲ ਮਾਹੂ। ਸੋਚਦਾ ਸੀ ਇਹ ਤਾਂ ਬੜਾ ਬੇਕੀਮਤੀ ਸੀ, ਬੜਾ ਨਾਯਾਬ ਹੀਰਾ ਸੀ, ਪਰ ਹੁਣ ਪਾਣੀ ਵਿੱਚ ਚਲਿਆ ਗਿਆ, ਸਤਿਗੁਰੂ ਨੇ ਸੁੱਟ ਦਿੱਤਾ ਹੈ। ਏਕ ਦਿਨ ਪ੍ਰਭ ਪਾਸ ਬਿਤਾਏ। ਕਿਉਂ ਕਿੰਨੇ ਹੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੇ ਨੇ ਬਤੀਤ ਕੀਤੇ। ਸਿੰਘ ਪੰਜਾਬ ਦੇਸ਼ ਚਲੇ ਆਈ। ਜਿਹੜੇ ਸਿੰਘ ਗਏ ਸੀ ਉਹ ਵੀ ਕੁਝ ਦਿਨ ਠਹਿਰ ਕੇ ਪੰਜਾਬ ਦੇਸ਼ ਵੱਲ ਨੂੰ ਚੱਲ ਕੇ ਆ ਗਏ। ਗੁਰ ਕੀ ਕਹਿਵਤ ਸਗਲ ਸੁਨਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੋ ਕਹਿਵਤ ਸੀ, ਜੋ ਬਚਨ ਸਨ, ਉਹ ਆ ਕੇ ਖਾਲਸੇ ਨੂੰ ਸੁਣਾ ਦਿੱਤੇ। ਸ਼ਾਂਤ ਖਾਲਸੇ ਕੇ ਚਿਤ ਆਈ। ਸਤਿਗੁਰੂ ਸਾਹਿਬ ਜੀ ਦੇ ਬਚਨ ਇਹਨਾਂ ਸਿੰਘਾਂ ਤੋਂ ਸੁਣ ਕੇ ਸਾਰੇ ਖਾਲਸੇ ਦੇ ਮਨ ਨੂੰ ਸ਼ਾਂਤੀ ਆਈ। ਦੋਹਰਾ ਇਤ ਸੈਨਾ ਲਾਖੋ ਮਿਲੀ। ਇੱਧਰ ਬਹਾਦਰ ਸ਼ਾਹ ਦਾ ਆਦੇਸ਼ ਪਾ ਕੇ, ਉਹਦਾ ਹੁਕਮ, ਉਹਦੀਆਂ ਚਿੱਠੀਆਂ ਪੜ੍ਹ ਕੇ ਬਹੁਤ ਸਾਰੀ ਜਿਹੜੀ ਸੈਨਾ ਲੱਖਾਂ ਦੀ ਗਿਣਤੀ ਵਿੱਚ ਇਕੱਤਰ ਹੋਈ। ਬੰਦੇ ਕੇ ਪਰਚਾਤ। ਔਰ ਬੰਦਾ ਸਿੰਘ ਬਹਾਦਰ ਦਾ ਇਹਨਾਂ ਨੇ ਪਿੱਛਾ ਕੀਤਾ। ਖੜੇ ਸਿੰਘ ਅਰ ਤੇਜ ਬਿਨਾ। ਇਹਨਾਂ ਨੂੰ ਪਤਾ ਲੱਗ ਗਿਆ ਵੀ ਸਿੰਘ ਇਹਦੇ ਨਾਲੋਂ ਹਟ ਗਏ, ਪਿੱਛੇ ਹੋ ਗਏ ਆ, ਇਹਦਾ ਸਾਥ ਛੱਡ ਗਏ ਆ,
ਔਰ ਤੇਜ ਤੋਂ ਹੀਣਾ ਹੋ ਗਿਆ ਹੈ। ਹੋਦ ਪਟਣ ਕੋ ਘਾਤ। ਇਸ ਕਰਕੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਜਿਹੜੇ ਸਾਥੀ ਆ, ਨਿਤਾ ਪ੍ਰਤੀ ਉਹਨਾਂ ਦਾ ਘਾਤ ਹੁੰਦਾ, ਨਿਤਾ ਪ੍ਰਤੀ ਉਹਦੇ ਨਾਲ ਦੇ ਸੂਰਮੇ ਮਰਨ ਲੱਗੇ, ਸ਼ਹੀਦ ਹੋਣ ਲੱਗੇ। ਚੌਪਈ ਠਹਿਰ ਨ ਸਕੇ ਜੰਗ ਕੋ ਠਾਨਤ। ਜੰਗਾਂ ਹੁਣ ਵੀ ਲੜਦਾ, ਪਹਿਲਾਂ ਵੀ ਲੜਦਾ ਸੀ। ਸਤਿਗੁਰੂ ਜੀ ਦਾ ਓਟ ਆਸਰਾ ਸੀ, ਗੁਰੂ ਬਚਨਾਂ ਉੱਤੇ ਭਰੋਸਾ ਰੱਖਦਾ ਸੀ, ਗੁਰੂ ਬਚਨਾਂ ਤੇ ਪੂਰਾ ਉਤਰਦਾ ਸੀ, ਨਿਤਾ ਪ੍ਰਤੀ ਜਿੱਤ ਹੁੰਦੀ ਸੀ। ਪਰ ਹੁਣ ਜਿਹੜੀ ਵੀ ਜੰਗ ਲੜਦਾ ਉਹਦੇ ਵਿੱਚ ਹਾਰ ਹੀ ਹਾਰ ਹੁੰਦੀ ਹੈ। ਲੜਤ ਸੁਖ ਬੈ ਭਲਾਏ ਪਿਆਨਤ। ਲੜਦਾ ਹੈ ਪਰ ਲੜਦੇ ਹੋਏ ਨੂੰ ਭੱਜਣਾ ਪੈਂਦਾ, ਭੱਜ ਜਾਂਦਾ ਜੰਗ ਛੱਡ ਕੇ। ਸਨੇ ਸਨੇ ਹਾਰਤ ਚਲ ਗਇਓ। ਹੌਲੀ ਹੌਲੀ ਜਿੱਥੇ ਜਿੱਥੇ ਵੀ ਜੰਗਾਂ ਹੋਈਆਂ ਉਹਨਾਂ ਚੋਂ ਹਾਰਦਾ ਹੀ ਚਲਿਆ ਗਿਆ। ਜਾਏ ਕਿਰਨ ਮੈਂ ਪ੍ਰਾਪਤ ਭਇਓ। ਹਾਰਦਾ ਅਗਾਂਹ ਤੁਰ ਗਿਆ ਤੇ ਪਹਾੜਾਂ ਦੇ ਵਿੱਚ ਜਾ ਪਹੁੰਚਿਆ। ਦੁਰਗਲ ਗੜ ਪਰਜੋ ਬਣਾਈ। ਉੱਥੇ ਜਾ ਕੇ ਸਾਧ ਸੰਗਤ ਜੀ ਜਿਹੜਾ ਮੁਖਲਸਗੜ੍ਹ ਕਿਲਾ ਸੀ ਨਾ, ਇਹ ਸ਼ਾਹਜਹਾਨ ਦੇ ਇੱਕ ਅਹਿਲਕਾਰ ਮੁਖਲਸ ਖਾਨ ਨੇ ਬਣਵਾਇਆ ਸੀ। ਉਹ ਕਿਲੇ ਦੇ ਉੱਤੇ ਜਾ ਬੰਦਾ ਸਿੰਘ ਬਹਾਦਰ ਕਾਬਜ ਹੋਇਆ, ਇਹਦਾ ਨਾਮ ਬਦਲ ਕੇ ਲੋਹਗੜ੍ਹ ਦਾ ਕਿਲਾ ਰੱਖ ਲਿਆ। ਲੜਤਰ ਕੇ ਲਸ਼ਕਰ ਅਟਕਾਈ। ਔਰ ਇਸ ਲੋਹਗੜ੍ਹ ਦੇ ਕਿਲੇ ਵਿੱਚ ਲੜਨ ਦੇ ਹਿੱਤ ਟਿਕ ਗਿਆ। ਇਹ ਜਿਹੜਾ ਕਿਲਾ ਸਾਧ ਸੰਗਤ ਸਢੌਰੇ ਵਾਲੇ ਪਾਸੇ ਆ, ਸੋ ਇੱਕ ਨਗਰ ਦੇ ਵਿੱਚ ਇਹ ਕਿਲਾ ਸੀ। ਉਸ ਕਿਲੇ ਵਿੱਚ ਜਾ ਟਿਕਿਆ ਤਾਂ ਕਿ ਦੁਸ਼ਮਣਾਂ ਦੇ ਨਾਲ ਇੱਥੇ ਅਟਕ ਕੇ ਰੁਕ ਕੇ ਜੰਗ ਲੜ ਸਕੇ, ਦੁਸ਼ਮਣ ਫੌਜਾਂ ਨੂੰ ਡੱਕ ਸਕੇ। ਆਕੀ ਹੋ ਕੇ ਉਸ ਕਿਲੇ ਵਿੱਚ ਬਹਿ ਗਿਆ। ਤੈਂ ਪ੍ਰਵੇਸ਼ ਹੋਏ ਜੁੱਧ ਮਚਾਵੇਂ। ਉਸ ਕਿਲੇ ਵਿੱਚ ਪ੍ਰਵੇਸ਼ ਹੋ ਕੇ ਅੰਦਰ ਦਾਖਲ ਹੋ ਕੇ ਯੁੱਧ ਮਚਾਉਣਾ ਚਾਹੁੰਦਾ ਹੈ। ਸੋ ਪੱਟ ਹਜ਼ਾਰੋ ਸੰਗਰ ਘਾਵੇਂ। ਲੜਾਈ ਤਾਂ ਲੜਦਾ ਹੈ ਪਰ ਹਜ਼ਾਰਾਂ ਜਿਹੜੇ ਸੂਰਮੇ ਐ ਉਹਨਾਂ ਨੂੰ ਇਹ ਮਾਰਦਾ ਵੀ ਹੈ ਤੇ ਇਹਦੇ ਨਾਲ ਦੇ ਸਾਥੀ ਵੀ ਸ਼ਹੀਦ ਹੋ ਰਹੇ ਹਨ। ਹੀਰਾ ਭਰਿਓ ਚਹੁ ਦਿਸ਼ ਮਾਹੀ। ਇਸ ਕਿਲੇ ਨੂੰ, ਮੁਖਲਸਗੜ੍ਹ ਨੂੰ, ਲੋਹਗੜ੍ਹ ਨੂੰ ਚਾਰੇ ਪਾਸੇ ਤੋਂ ਭਾਰਾ ਘੇਰਾ ਪੈ ਗਿਆ। ਐਬੇ ਜੈਬੇ ਮਾਰਗ ਨਾਹੀ। ਹੁਣ ਨਾ ਆਉਣ ਦਾ ਨਾ ਜਾਣ ਦਾ ਕੋਈ ਰਸਤਾ ਬਾਕੀ ਨਹੀਂ ਬਚਿਆ, ਨਾ ਬਾਹਰ ਨਿਕਲ ਸਕਦਾ, ਨਾ ਸਾਧ ਸੰਗਤ ਜੀ ਜੰਗ ਲੜ ਸਕਦਾ ਹੈ। ਇਤੈ ਪ੍ਰਸੰਗ ਭਇਓ ਇਸ ਰੀਤ। ਸੋ ਇੱਧਰ ਬੰਦਾ ਸਿੰਘ ਬਹਾਦਰ ਇਉਂ ਘੇਰੇ ਵਿੱਚ ਆ ਗਿਆ, ਇੱਧਰ ਇਹਦਾ ਸਾਰਾ ਪ੍ਰਸੰਗ ਬੀਤਿਆ ਹੈ। ਉਦ ਗੁਰ ਕਥਾ ਸੁਨੋ ਤਰ ਪ੍ਰੀਤ। ਉਧਰ ਕਵੀ ਜੀ ਕਹਿੰਦੇ ਸੁਣੋ ਪ੍ਰੇਮ ਧਾਰ ਕੇ ਗੁਰੂ ਕੇ ਸਿੱਖੋ, ਜਿਵੇਂ ਸਤਿਗੁਰੂ ਜੀ ਦੀ ਕਥਾ ਹੈ। ਕਿਉਂਕਿ ਸਤਿਗੁਰੂ ਦੀ ਕਥਾ ਗੁਰੂ ਕੇ ਸਿੰਘ ਪ੍ਰੇਮ ਧਾਰ ਕੇ ਸੁਣਦੇ ਆ। ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਕਹਿੰਦੇ ਪ੍ਰੇਮ ਨਾਲ ਗੁਰੂ ਕੀ ਕਥਾ ਸੁਣੋ। ਭਰਿਓ ਸ਼ਾਹ ਕੋ ਸਿਵਰ ਸਮੀਪ। ਕਹਿੰਦੇ ਬਹਾਦਰ ਸ਼ਾਹ ਬਾਦਸ਼ਾਹ ਦਾ ਜਿਹੜਾ ਡੇਰਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਨੇੜੇ ਹੀ ਲੱਗਿਆ ਹੋਇਆ ਹੈ। ਸੰਗ ਹਜ਼ਾਰੋਂ ਜਿਸ ਅਵਨੀਪ। ਔਰ ਜਿਹਦੇ ਨਾਲ ਹੋਰ ਵੀ ਹਜ਼ਾਰਾਂ ਛੋਟੇ ਮੋਟੇ ਰਾਜੇ ਆ ਜਿਹੜੇ ਨੇ ਆਪਣੇ ਅਧੀਨ ਕੀਤੇ ਹੋਏ ਹਨ। ਚੜੇ ਅਖੇਰ ਪ੍ਰਭੂ ਬਹੁ ਬਾਰੀ। ਸਤਿਗੁਰੂ ਸਾਹਿਬ ਜੀ ਬਹੁ ਵਾਰੀ ਕਈ ਵਾਰ ਸ਼ਿਕਾਰ ਦੇ ਬਹਾਨੇ ਚੜ੍ਹਦੇ ਹਨ। ਜਾਈ ਗੋਦਾਵਰ ਸਰਤਾ ਪਾਰੀ। ਗੋਦਾਵਰੀ ਨਦੀ ਨੂੰ ਪਾਰ ਕਰਕੇ ਹੀਰਾ ਘਾਟ ਤੋਂ ਦੂਜੇ ਪਾਸੇ ਜਾਂਦੇ ਹਨ। ਨਾਮ ਸ਼ਿਕਾਰ ਘਾਟ ਤੈ ਭਇਓ। ਉਸ ਜਗ੍ਹਾ ਜਿੱਥੇ ਸਤਿਗੁਰੂ ਜੀ ਸ਼ਿਕਾਰ ਕਰਦੇ ਆ, ਉਹ ਜਗ੍ਹਾ ਦਾ ਨਾਂ ਸਾਧ ਸੰਗਤ ਜੀ ਸ਼ਿਕਾਰ ਘਾਟ ਹੈ, ਜਿੱਥੇ ਸਤਿਗੁਰੂ ਜੀ ਨੇ ਪਹਿਲੇ ਜਾਮੇ ਵਿੱਚ ਬੇਮੁਖ ਹੋਇਆ ਸਿੱਖ ਉਸ ਨੂੰ ਸਹੇ ਦੇ ਰੂਪ ਦੇ ਵਿੱਚ ਮੁਕਤ ਕੀਤਾ ਸੀ, ਭਾਈ ਮੂਲੇ ਨੂੰ। ਸੋ ਉਹ ਜਗ੍ਹਾ ਦਾ ਨਾਂ ਸ਼ਿਕਾਰ ਘਾਟ ਪ੍ਰਚਲਿਤ ਹੈ। ਐਬੇ ਜੈਬੇ ਕੋ ਮਗ ਥਇਓ। ਸੋ ਆਉਣ ਜਾਣ ਦਾ ਜਿਹੜਾ ਇਹ ਰਸਤਾ ਹੈ। ਵਿਚਰੇ ਬਨ ਮੈਂ ਗਨ ਬਿਗ ਕਾਵੇਂ। ਸਤਿਗੁਰੂ ਜੀ ਬਣਾ ਦੇ ਵਿੱਚ ਜੰਗਲਾਂ ਵਿੱਚ ਵਿਚਰਦੇ ਆ, ਬਹੁਤ ਸਾਰੇ ਮਿਰਗਾਂ ਦਾ ਉਧਾਰ ਕਰਦੇ ਹਨ। ਛਤਰੀ ਧਰਮ ਭਲੇ ਨਿਭਾਵੇ। ਖਾਲਸੇ ਦਾ ਜਿਹੜਾ ਸਤਿਗੁਰੂ ਜੀ ਦਾ ਛਤਰੀ ਧਰਮ ਹੈ, ਛਤਰੀ ਜਾਤੀ ਹੈ, ਜੋ ਸੂਰਮਿਆਂ ਦਾ ਧਰਮ ਹੁੰਦਾ ਹੈ, ਉਹਨੂੰ ਚੰਗੀ ਤਰ੍ਹਾਂ ਨਿਭਾਉਂਦੇ ਆ। ਸਤਿਗੁਰੂ ਜੀ ਦੇ ਆਪਣੇ ਵੀ ਵਾਕ ਹਨ ਨਾ, ਖੱਤਰੀ ਕੋ ਪੂਤ ਹੋ, ਛਤਰੀ ਕੋ ਪੂਤ ਹੋ, ਬਾਹਮਣ ਕੋ ਨਾਹੇ, ਕਹਿ ਤਪ ਆਵਤ ਹਉ ਜੋ ਕਰੋ। ਖਾਲਸੇ ਨੂੰ ਸਤਿਗੁਰੂ ਜੀ ਨੇ ਛਤਰੀ ਧਰਮ ਦੇ ਵਿੱਚ ਰੱਖਿਆ। ਸੂਰਮਿਆਂ ਵਾਲਾ ਧਰਮ ਸਤਿਗੁਰੂ ਜੀ ਆਪ ਵੀ ਨਿਭਾ ਰਹੇ ਹਨ ਨਿੱਤਾ ਪ੍ਰਤੀ। ਤੀਰਨ ਕੀ ਤਰੀਬ ਸੁਨ ਕਾਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਲਾਏ ਹੋਏ ਤੀਰਾਂ ਦੀ, ਸਤਿਗੁਰੂ ਜੀ ਤੀਰ ਅੰਦਾਜ਼ੀ ਦੀ ਵਿਦਿਆ ਦੀ ਕੰਨਾਂ ਦੇ ਵਿੱਚ ਜਿਨ੍ਹਾਂ ਨੇ ਮਹਿਮਾ ਸੁਣੀ ਹੈ। ਆਵਤ ਸੈਯਦ ਮੁਗਲ ਪਠਾਨ। ਬਹੁਤ ਸਾਰੇ ਸੈਯਦ, ਬਹੁਤ ਸਾਰੇ ਮੁਗਲ ਪਠਾਨ ਸਤਿਗੁਰੂ ਜੀ ਕੋਲ ਆਉਂਦੇ ਹਨ। ਔਰ ਆਨੰਦ ਚਮਕੌਰ ਮਜਾਰੀ। ਔਰ ਇਹਨਾਂ ਨੇ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਜਿਹੜੀਆਂ ਜੰਗਾਂ ਹੋਈਆਂ ਸਨ ਉਹਨਾਂ ਦੌਰਾਨ ਵੀਰ ਹਜ਼ਾਰੋ ਜਨ ਤੇ ਮਾਰੀ। ਇਹ ਮਹਿਮਾ ਸੁਣੀ ਸੀ ਕਿ ਸਤਿਗੁਰੂ ਨੇ ਆਪਣੇ ਜਿਨ੍ਹਾਂ ਤੀਰਾਂ ਦੇ ਨਾਲ ਸਾਡੇ ਹਜ਼ਾਰਾਂ ਸੂਰਮੇ ਮਾਰ ਘੱਤੇ। ਇੱਕ ਸਰਗਨ ਨਰ ਦੇ ਪਰਪਾਰ।
ਐਸਾ ਵੀ ਇਹਨਾਂ ਨੇ ਸੁਣਿਆ ਕਿ ਸਤਿਗੁਰੂ ਜੀ ਇੱਕ ਤੀਰ ਚਲਾਉਂਦੇ ਤੇ ਹਜ਼ਾਰਾਂ ਵਿੱਚ ਦੀ ਇੱਕ ਤੀਰ ਕੱਢ ਦਿੰਦੇ ਸਨ ਤੁਰਤ ਮਰਤ ਨੈ ਜਾਜਤ ਬਾਰ ਔਰ ਤੁਰੰਤ ਮਰ ਜਾਂਦੇ ਸਨ। ਵੈਰੀ ਕੋਈ ਪਾਣੀ ਨਹੀਂ ਸੀ ਮੰਗਦਾ। ਜਗਤ ਹੋਤੇ ਤਬ ਚਲਤ ਨਿਹਾਰੀ ਔਰ ਜਿਹੜੇ ਸਤਿਗੁਰੂ ਜੀ ਦੇ ਤੀਰ ਸੀ ਨਾ, ਇਹਨਾਂ ਨੇ ਚੱਲਦੇ ਹੋਏ ਤਾਂ ਜਿਹੜੇ ਲੱਗੇ ਹੋਏ ਵੱਜਦੇ ਹੋਏ ਤਾਂ ਦੇਖੇ ਸਨ, ਨਹੀਂ ਚਲਾਵਤ ਬਿਖੇ ਉਦਾਰੀ ਪਰ ਹਨੇਰਾ ਹੋਣ ਕਰਕੇ ਸਤਿਗੁਰੂ ਜੀ ਤੋਂ ਦੂਰੀ ਹੋਣ ਕਰਕੇ ਇਹਨਾਂ ਨੇ ਦੇਖਿਆ ਨਹੀਂ ਸੀ ਵੀ ਸਤਿਗੁਰੂ ਜੀ ਚਲਾਉਂਦੇ ਕਿਸ ਤਰੀਕੇ ਹਨ। ਸੋ ਪਟਿਆਵਤ ਬਿਨੈ ਸੁਨਾਵੈ ਉਹ ਜਿਹੜੇ ਸੂਰਮੇ ਐ ਬਹਾਦਰ ਸ਼ਾਹ ਦੀਆਂ ਫੌਜਾਂ ਦੇ ਵਿੱਚ, ਉਹ ਸਤਿਗੁਰੂ ਸਾਹਿਬ ਜੀ ਕੋਲ ਆ ਕੇ ਬੇਨਤੀਆਂ ਕਰਦੇ ਹਨ। ਹਮਰੇ ਹਿਰਦੈ ਬੈ ਚਲਾਵੈ ਕਹਿੰਦੇ ਮਹਾਰਾਜ ਜਿਹੜੇ ਤੀਰ ਤੁਸੀਂ ਬੜੀ ਕਲਾ ਦੇ ਨਾਲ ਚਲਾਉਂਦੇ ਸੀ, ਉਹ ਕਿਰਪਾ ਕਰੋ, ਅਸੀਂ ਦੇਖਣਾ ਚਾਹੁੰਦੇ ਐ, ਸਾਡੇ ਸਾਹਮਣੇ ਚਲਾਓ। ਸੁਨ ਅਰਜੀ ਮਰਜੀ ਤਨ ਜਾਨ ਉਹਨਾਂ ਦੀ ਇਹ ਇੱਛਾ ਜਾਣ ਕੇ ਸਤਿਗੁਰੂ ਨੇ ਇਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ ਐਂ ਸਰਾਸਰ ਛੋਡੇ ਬਾਨ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਧਨੁੱਖ ਦੇ ਵਿੱਚ ਖਿੱਚ ਕੇ ਉਹ ਤੀਰ ਚਲਾ ਦਿੱਤੇ ਚੁਟਕੀ ਚਾਪਨ ਮੁੱਠ ਗ੍ਰਹਿਣ ਕਿਓ ਔਰ ਆਪਣੀ ਮੁੱਠੀ ਦੇ ਨਾਲ ਧਨੁੱਖ ਨੂੰ ਅੱਗੋਂ ਫੜਿਆ ਹੋਇਆ ਹੈ ਤੇ ਚੁੰਡੀ ਦੇ ਨਾਲ ਪਿੱਛੇ ਜਿਹੜਾ ਚਿੱਲਾ ਤੀਰ ਜਿਹੜਾ ਚੁੰਡੀ ਨਾਲ ਫੜਿਆ ਹੋਇਆ ਹੈ। ਨਵ ਟੰਕਨ ਤਨ ਤਾਨ ਕਰਨ ਕੋ ਔਰ 9 ਟੰਕਾ ਜਿਹੜਾ ਭਾਰ ਹੈ, 9 ਟੰਕੇ ਵਜਨ ਦੇ ਨਾਲ, 9 ਟੰਕੇ ਵਜਨ ਦੇ ਵੇਗ ਦੇ ਨਾਲ ਇੰਨੇ ਜ਼ੋਰ ਨਾਲ ਸਤਿਗੁਰੂ ਜੀ ਤੀਰ ਖਿੱਚ ਕੇ ਚਲਾਉਂਦੇ ਆ। ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦਾ ਜਿਹੜਾ ਧਨੁੱਖ ਆ ਨਾ, ਉਹ ਬਹੁਤ ਕਠੋਰ ਧਨੁੱਖ ਬਾਣ ਸੀ ਔਰ ਉਹ ਧਨੁੱਖ ਦੇ ਉੱਤੇ ਜਿਹੜਾ ਚਿੱਲਾ ਚਾੜਿਆ ਹੋਇਆ ਸੀ, ਉਹ ਇੰਨਾ ਖਿੱਚ ਕੇ ਚਾੜਿਆ ਹੋਇਆ ਸੀ, ਇੰਨਾ ਕੱਸ ਕੇ ਉਹ ਚਿੱਲਾ ਕਮਾਨ ਦਾ ਸਤਿਗੁਰੂ ਜੀ ਦਾ ਕਸਿਆ ਹੋਇਆ ਸੀ। ਸਾਧ ਸੰਗਤ ਜੀ, ਜੇਕਰ 25 ਕਿਲੋ ਭਾਰ ਟੰਗ ਦਿੱਤਾ ਜਾਵੇ ਨਾ ਉਸ ਸਤਿਗੁਰੂ ਜੀ ਦੀ ਕਮਾਨ ਦੀ ਤੰਦੀ ਦੇ ਨਾਲ, ਚਿੱਲੇ ਦੇ ਨਾਲ, ਤੇ ਉਹਦਾ ਇੱਕ ਟੰਕ ਬਣਦਾ 25 ਕਿਲੋ ਭਾਰ ਦਾ। ਤੇ 25 ਕਿਲੋ ਭਾਰ 9 ਦੇ ਨਾਲ ਗੁਣਾ ਕਰ ਲਓ। 9 ਟੰਕ ਕਦੋਂ ਬਣਦੇ ਆ? 25 ਗੁਣਾ 9 ਤਕਰੀਬਨ ਸਾਧ ਸੰਗਤ ਜੀ 2.25 ਕੁਆਂਟਲ ਦੇ ਨੇੜੇ ਜਾ ਪਹੁੰਚਦਾ ਹੈ। 2.25 ਕੁਆਂਟਲ ਭਾਰ ਜਿੰਨਾ ਜ਼ੋਰ ਦੇ ਨਾਲ ਉਹ ਚਿੱਲਾ ਖਿੱਚਿਆ ਜਾਂਦਾ ਸੀ, ਫਿਰ ਉਹਦੇ ਵਿੱਚੋਂ ਤੀਰ ਚੱਲਦਾ ਸੀ। ਇਉਂ ਸਤਿਗੁਰੂ ਜੀ ਦਾ ਤੀਰ ਹਜ਼ਾਰਾਂ ਵਿੱਚ ਦੀ ਲੰਘਦਾ ਸੀ, ਇੱਕੋ ਹਜ਼ਾਰਾਂ ਸਰੀਰਾਂ ਵਿੱਚ ਦੀ ਪਾਰ ਹੋ ਜਾਂਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ 2.25 ਕੁਆਂਟਲ ਜ਼ੋਰ ਦੇ ਵੇਗ ਦੇ ਨਾਲ 9 ਟੰਕਾਂ ਦੇ ਨਾਲ ਜਦੋਂ ਇਹ ਤੀਰ ਕੰਨ ਤੱਕ ਖਿੱਚ ਕੇ ਛੱਡਦੇ ਹਨ, ਲਾਗਵਤਾ ਤਰਤਾ ਨਿਸ਼ਾਨਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਬੜੀ ਫੁਰਤੀ ਦੇ ਨਾਲ ਨਿਸ਼ਾਨਾ ਫੁੰਡਦੇ ਹਨ ਭਜਨ ਚੂਕ ਪ੍ਰਹਾਰਨ ਬਾਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਿਸ਼ਾਨਾ ਨਾ, ਉਹ ਅਚੂਕ ਹੈ, ਜਾ ਕੇ ਲੱਗਦਾ ਹੀ ਹੈ ਪੱਕਾ, ਕਿਤੋਂ ਚੁੱਕਦਾ ਨਹੀਂ, ਆਸੇ ਪਾਸੇ ਨਹੀਂ ਹੁੰਦਾ। ਸਤਿਗੁਰੂ ਜੀ ਜਦੋਂ ਤੀਰ ਚਲਾਉਂਦੇ ਹਨ, ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਕੋਲੇ ਧਨੁੱਖ ਵਿਦਿਆ ਬਹੁਤ ਭਾਰੀ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਇਹ ਤੀਰ ਚਲਾਉਂਦੇ ਆ ਬੜੀ ਰੀਝ ਦੇ ਨਾਲ, ਸਾਰੇ ਸੂਰਮੇ ਨਾ ਜਿਹੜੇ ਇਹ ਦੇਖਣਾ ਚਾਹੁੰਦੇ ਆ ਧਨੁੱਖ ਵਿਦਿਆ ਸਤਿਗੁਰੂ ਦੀ, ਬੜੇ ਹੈਰਾਨੀ ਨਾਲ ਦੇਖਦੇ ਹਨ। ਧੰਨ ਧੰਨ ਕਰ ਬੰਦਨ ਠਾਨਤ ਜਦੋਂ ਸਤਿਗੁਰੂ ਨੇ ਉਹ ਤੀਰ ਚਲਾਇਆ, ਸਾਰੇ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਧੰਨ ਕਲਗੀਆਂ ਵਾਲੇ ਪਾਤਸ਼ਾਹ, ਇਉਂ ਕਹਿ ਕੇ ਨਮਸਕਾਰਾਂ ਕਰਦੇ ਹਨ। ਜਾਹੇ ਸਿਵਰ ਮੈਂ ਅਬਰ ਬਖਾਨਤ ਜਾ ਜਾ ਕੇ ਆਪਣੇ ਕੈਂਪ ਦੇ ਵਿੱਚ ਹੋਰਾਂ ਨੂੰ ਵੀ ਜਾ ਕੇ ਦੱਸਦੇ ਹਨ। ਮਹਿਮਾ ਪਸਰੀ ਸਭ ਵਿਖੈ ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਸਾਰੇ ਪਾਸੇ ਫੈਲ ਗਈ। ਤੁਰਕਾਂ ਦੀਆਂ ਫੌਜਾਂ ਵਿੱਚ ਵੀ ਮਹਿਮਾ ਹੁੰਦੀ ਹੈ। ਦੇਖ ਦੇਖ ਕੇ ਸਾਰੇ ਬੜੇ ਪ੍ਰਸੰਨ ਹੁੰਦੇ ਆ। ਸੋ ਕਵੀ ਕਹਿੰਦਾ ਵੀ ਮੈਂ ਇਹ ਜਿਹੜੀਆਂ ਗੱਲਾਂ ਸੁਣ ਸੁਣ ਕੇ ਇਹ ਲਿਖੀਆਂ ਹਨ। ਇੱਕ ਦਿਨ ਫਿਰ ਗੋਦਾਵਰ ਤੀਰ, ਇੱਕ ਦਿਨ ਸਤਿਗੁਰ ਸੱਚੇ ਪਾਤਸ਼ਾਹ ਗੋਦਾਵਰੀ ਨਦੀ ਦੇ ਕੰਢੇ ਬੈਠੇ ਹਨ। ਬੈਠੇ ਪ੍ਰਭੂ ਨਰਨ ਕੀ ਭੀੜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਸਾਰੀ ਸੰਗਤਾਂ ਦੇ ਵਿੱਚ ਇਕੱਠ ਵਿੱਚ ਬੈਠੇ ਹਨ। ਏਕ ਸਿੱਖ ਆਇਓ ਤੇ ਸਮਾ, ਉਸ ਸਮੇਂ ਇੱਕ ਵਣਜਾਰਾ ਸਿੱਖ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚਿਆ। ਭੇਡ ਨਗੀਨਾ ਧਰ ਕੀਏ ਕਮਾ, ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਇੱਕ ਬਹੁਤ ਕੀਮਤੀ ਨਗੀਨਾ ਭੇਟਾ ਰੱਖ ਕੇ ਮੱਥਾ ਟੇਕਿਆ। ਅਵਲੋਕਿਓ ਲੈ ਕਰਨ ਜਹਾਤ, ਸਤਿਗੁਰੂ ਜੀ ਨੇ ਹੱਥਾਂ ਵਿੱਚ ਲੈ ਲਿਆ, ਹੱਥਾਂ ਵਿੱਚ ਚੱਕ ਕੇ ਉਹਨੂੰ ਦੇਖਣ ਲੱਗ ਪਏ।
ਏਰ ਗੋਦਾਵਰ ਮੈਂ ਦੀਏ ਨਾਥ। ਪਰ ਬੇਪਰਵਾਹ ਸਤਿਗੁਰੂ ਜੀ ਨੇ ਉਹ ਕੀਮਤੀ ਨਗੀਨਾ ਵਗਾ ਕੇ ਗੋਦਾਵਰੀ ਵਿੱਚ ਮਾਰਿਆ। ਵਿਸਨੋ ਸਿਖ ਮਨ ਚਿਤਵਤ ਠਾਨੀ। ਸਿੱਖ ਬੜਾ ਹੈਰਾਨ ਹੋਇਆ ਵੀ ਇਹ ਤਾਂ ਬੜਾ ਕੀਮਤ ਸੀ, ਮਨ ਵਿੱਚ ਇਹਦੇ ਚਿੰਤਾ ਲੱਗ ਗਈ। ਕੀਮਤ ਨਹੀਂ ਗੁਰੂ ਇਸ ਜਾਨੀ। ਸੋਚਦਾ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਾਇਦ ਇਹਦੀ ਕੀਮਤ ਨਹੀਂ ਜਾਣੀ, ਸਤਿਗੁਰੂ ਨੂੰ ਪਤਾ ਨਹੀਂ ਕਿ ਇਹ ਕਿੰਨਾ ਕੀਮਤੀ ਸੀ। ਹਲਕੋ ਜਾਣ ਗੋਦਾਵਰ ਕੀਰਾ। ਐਵੇਂ ਹਲਕਾ ਜਿਹਾ ਜਾਣ ਕੇ, ਸਸਤਾ ਜਿਹਾ ਜਾਣ ਕੇ ਸਤਿਗੁਰੂ ਨੇ ਗੋਦਾਵਰੀ ਨਦੀ ਵਿੱਚ ਸੁੱਟ ਦਿੱਤਾ ਹੈ। ਤੈਨੂੰ ਬਨੈ ਕਹਾਂ ਅਭੈ ਮੇਰਾ। ਤੇ ਹੁਣ ਸਤਿਗੁਰੂ ਨੂੰ ਆਖਾਂ ਕਿ ਮੇਰਾ ਕਹਿਣਾ ਵੀ ਨਹੀਂ ਬਣਦਾ। ਪਛਤਾਪ ਕਰਤ ਜਿਤ ਰਹਿਓ। ਕਿਉਂ ਮਨ ਵਿੱਚ ਬੈਠਾ ਹੀ ਝੂਰਦਾ, ਪਛਤਾਪ ਕਰ ਰਿਹਾ ਜਦੋਂ ਸਤਿਗੁਰੂ ਨੇ ਜਾਣਿਆ। ਕਿਰਪਾ ਨਿਦਾਨ ਤਾਏ ਸੋ ਕਹਿਓ। ਅੰਤਰਜਾਮੀ ਸਤਿਗੁਰੂ ਜੀ ਕਿਰਪਾ ਦੇ ਖਜ਼ਾਨੇ ਕਹਿਣ ਲੱਗੇ ਉਸ ਤਾਈਂ। ਬਹੁ ਕੀਮਤ ਫੇਰਨ ਕੀਨਾ। ਕਹਿੰਦੇ ਭਾਈ ਸਿੱਖਾ, ਜੇਕਰ ਕਹਿੰਦੇ ਤੇਰਾ ਨਗੀਨਾ ਜਿਹੜਾ ਬਹੁ ਕੀਮਤੀ ਸੀ ਨਿਰਟ ਨਿਹਾਰ ਨਿਕਾਰ ਪ੍ਰਵੀਨਾ। ਤੇ ਤੁਸੀਂ ਸਾਡੇ ਇਹ ਨੇੜੇ ਲਿਆ ਕੇ ਰੱਖ ਦਿੱਤਾ, ਇਹ ਸਿਆਣੇ ਸਿੱਖਾ। ਉਤਮ ਹਤੋ ਹਮੈ ਨਹੀਂ ਜਾਣਾ। ਸਤਿਗੁਰੂ ਕਹਿੰਦੇ ਵੀ ਅਸੀਂ ਨਹੀਂ ਜਾਣਿਆ ਭਾਈ, ਸਾਨੂੰ ਨਹੀਂ ਪਤਾ ਸੀ ਵੀ ਇੰਨਾ ਕੀਮਤੀ ਹੈ। ਬਹੁਤ ਮੋਲ ਕੋ ਤੈ ਨਾ ਬਖਾਨਾ। ਬਾਕੀ ਭਾਈ ਸਿੱਖਾ ਤੇਰੀ ਵੀ ਗਲਤੀ ਹੈ, ਤੈਨੂੰ ਦੱਸਣਾ ਚਾਹੀਦਾ ਸੀ ਵੀ ਬਹੁ ਮੁੱਲ ਦਾ ਇਹ ਬਹੁਤ ਕੀਮਤੀ ਹੈ, ਤੂੰ ਇਹ ਦੱਸਿਆ ਨਹੀਂ। ਜਿਮ ਸੁਨ ਸਿਖ ਉਤਲਾਏ ਤਕੀਨ। ਉਸ ਵੇਲੇ ਜਿਹੜਾ ਸਿੱਖ ਸੀ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਭਾਈ ਜੇ ਬਹੁ ਮੁੱਲ ਦਾ ਨਾ ਇਹ, ਕਹਿੰਦੇ ਤੂੰ ਦੱਸਿਆ ਨਹੀਂ, ਤੇ ਕਹਿੰਦੇ ਚੱਲ ਕੋਈ ਗੱਲ ਨਹੀਂ, ਫਿਰ ਵੀ ਕਹਿੰਦੇ ਤੂੰ ਜਾ ਆ ਨਦੀ ਵਿੱਚ ਜਾ ਕੇ ਨੇੜੇ ਹੀ ਡਿੱਗਿਆ, ਉੱਥੇ ਜਾ ਕੇ ਦੇਖ ਲਾ। ਸਤਿਗੁਰੂ ਜੀ ਦਾ ਬਚਨ ਸੁਣ ਕੇ ਸਿੱਖ ਨੇ ਬੜੀ ਜਲਦੀ ਕੀਤੀ। ਹਰਿਓ ਗੋਦਾਵਰ ਵੈ ਪਰਹੀਨ। ਵਸਤਰ ਉਤਾਰ ਕੇ ਇਹ ਗੋਦਾਵਰੀ ਨਦੀ ਵਿੱਚ ਜਾ ਪਹੁੰਚਿਆ। ਜਲ ਅੰਤਰ ਜਗ ਦਿਰਟ ਲਗਾਈ। ਜਦੋਂ ਸਾਧ ਸੰਗਤ ਨੇ ਜਲ ਦੇ ਵਿੱਚ ਜਾ ਕੇ, ਪਾਣੀ ਦੇ ਵਿੱਚ ਜਾ ਕੇ ਨਿਗਾਹ ਮਾਰੀ, ਲਿਖੇ ਨਗੀਨ ਪਰੇ ਸੁਮਦਾਈ। ਉਸ ਵੇਲੇ ਕੀ ਦੇਖਦਾ ਹੈ ਕਿ ਮੇਰਾ ਇੱਕ ਨਗੀਨਾ ਤਾਂ ਕੀ, ਉੱਥੇ ਤਾਂ ਨਗੀਨਿਆਂ ਦਾ ਢੇਰ ਲੱਗਿਆ ਪਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਨਗੀਨਿਆਂ ਦਾ ਢੇਰ ਲੱਗਿਆ ਹੋਇਆ ਨੇ ਦੇਖਿਆ। ਗਨ ਹੀਰਨ ਕੋ ਗੰਜ ਲਗਾਈ। ਔਰ ਸਿਰਫ ਜਿਹੜਾ ਨਗੀਨੇ ਨਹੀਂ, ਬਹੁਤ ਸਾਰੇ ਹੀਰਿਆਂ ਦਾ ਵੀ ਢੇਰ ਲੱਗਿਆ ਹੋਇਆ ਹੈ। ਲਗੀ ਪ੍ਰਭੂ ਮਾਇਆ ਬਿਸਮਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਸੀ ਸ਼ਕਤੀ, ਐਸੀ ਮਾਇਆ ਦੇਖ ਕੇ ਬੜਾ ਹੈਰਾਨ ਹੋਇਆ। ਨਗੀਨੇ ਕੇ ਰਗਮਾਨਾ। ਕਿੱਥੇ ਰਹਿਣਾ ਸੀ ਇਹਨੂੰ ਨਗੀਨੇ ਦਾ ਗੁਮਾਨ, ਹੰਕਾਰ। ਜਬਰ ਜਵਾਹਰ ਜਾਹਰ ਨਾਨਾ। ਕਹਿੰਦਾ ਸਿੱਖਾ ਆਪਣੇ ਮਨ ਨੂੰ ਕਹਿੰਦਾ ਵੀ ਤੂੰ ਆ ਹੀਰੇ ਦਾ ਹੀ ਮਾਣ ਕਰੀ ਜਾਂਦਾ ਸੀ, ਤੇ ਆ ਤਾਂ ਐਡੀ ਵੱਡੀ ਸ਼ੋਭਾ ਵਾਲੇ, ਡਾਢੇ ਸ਼ੋਭਾਦਾਇਕ ਜਿਹੜੇ ਹੀਰੇ ਜਵਾਹਰਾਤ ਪਏ ਹਨ। ਸਾਲਤਜ ਸੀਗਰ ਨਿਕਸ ਕਰ ਆਇਓ। ਸਾਰੇ ਦੇਖ ਕੇ ਸਭ ਨੂੰ ਛੱਡ ਕੇ ਉਸੇ ਵੇਲੇ ਬਾਹਰ ਨਿਕਲ ਆਇਆ ਜਲਦੀ। ਪਗ ਪੰਕਜ ਸ੍ਰੀ ਗੁਰ ਲਪਟਾਇਓ। ਆ ਕੇ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਨੂੰ ਲਿਪਟ ਗਿਆ। ਮੈਂ ਜਾਣ ਮਹਿਮਾ ਨਹੀਂ ਜਾਣੀ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਅਣਜਾਣ ਹੈ, ਆਪ ਜੀ ਦੀ ਮਹਿਮਾ ਨਾ ਜਾਣ ਸਕਿਆ। ਤੀਨ ਲੋਕ ਮਾਲਕ ਗੁਣ ਖਾਨੀ। ਮਹਾਰਾਜ ਆਪ ਜੀ ਗੁਣਾਂ ਦੇ ਖਜ਼ਾਨੇ, ਤਿੰਨਾਂ ਲੋਕਾਂ ਦੇ ਮਾਲਕ ਹੋ। ਬਖਸ਼ੋ ਪੁਰਸ਼ ਬਖਸ਼ਣ ਹਾਰੀ। ਮਹਾਰਾਜ ਸੱਚੇ ਪਾਤਸ਼ਾਹ ਆਪ ਬਖਸ਼ਿੰਦ ਹੋ, ਮੇਰੀ ਭੁੱਲ ਬਖਸ਼ ਲਵੋ। ਮੁਸਕਾਬ ਸ੍ਰੀ ਮੁਖੋ ਉਚਾਰੀ। ਸਤਿਗੁਰੂ ਜੀ ਮੁਸਕਰਾਉਂਦੇ ਹੋਏ ਬਚਨ ਕਹਿਣ ਲੱਗੇ ਮੁਖੋਂ। ਹਰ ਹਰ ਸੁਮਰੋ ਨੇਚਾ ਧਰਿਓ। ਸਤਿਗੁਰੂ ਕਹਿੰਦੇ ਭਾਈ ਇਹਨਾਂ ਹੀਰਿਆਂ ਨੂੰ ਛੱਡ, ਜਿਹੜਾ ਬੇਸ਼ਕੀਮਤੀ ਹੀਰਾ ਵਾਹਿਗੁਰੂ ਦਾ ਨਾਮ ਹੈ ਨਾ, ਨਿਸ਼ਚਾ ਧਾਰ ਕੇ ਉਹ ਵਾਹਿਗੁਰੂ ਵਾਹਿਗੁਰੂ ਜਪਿਆ ਕਰ। ਨਾਮ ਨਗੀਨਾ ਘਾਟ ਸੋ ਭਰਿਓ। ਉਸ ਜਗ੍ਹਾ ਦਾ ਨਾਮ ਸਾਧ ਸੰਗਤ ਜੀ ਨਗੀਨਾ ਘਾਟ ਪੈ ਗਿਆ। ਏਮ ਬਿਲਾਸ ਪ੍ਰਭ ਕਰਤ ਅਨੇਕ। ਇਉਂ ਸਤਿਗੁਰ ਸੱਚੇ ਪਾਤਸ਼ਾਹ ਨਿਤਾ ਪ੍ਰਤੀ ਅਨੇਕਾਂ ਕੌਤਕ ਕਰਦੇ ਹਨ। ਔਰ ਦੀਵਾਨ ਮੈਂ ਥਿਰ ਦਿਨ ਏਕ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਦਿਨ ਫੇਰ ਦੀਵਾਨ ਦੇ ਵਿੱਚ ਸਥਿਰ ਹਨ। ਜਿਵੇਂ ਅਗਾਂਹ ਕਥਾ ਆਵੇਗੀ, ਸੋ ਇਹ ਆਪਾਂ ਸਤਿਗੁਰੂ ਕਿਰਪਾ ਕਰਨਗੇ ਕੱਲ ਦੇ ਦੀਵਾਨ ਦੇ ਵਿੱਚ ਰਲ ਮਿਲ ਕੇ ਵਿਚਾਰਾਂਗੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪ ਸੇਵਾ ਲੈਣਗੇ, ਜਿਵੇਂ ਅੱਜ ਸਤਿਗੁਰੂ ਨੇ ਸੇਵਾ ਲਈ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਸਮੂਹ ਸੰਗਤਾਂ ਨੇ ਸਤਿਗੁਰੂ ਸਾਹਿਬ ਨੇ ਖਿਮਾ ਬਖਸ਼ਣੀ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਹਾਜ਼ਰੀ ਲਵਾਈਏ। ਏਮ ਬਿਲਾਸ ਪ੍ਰਭ ਕਰਤ ਅਨੇਕ ਓਨ ਦੀਵਾਨ ਮੈਂ ਥਿਰ ਦਿਨ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।